ਕੁਲਦੀਪ ਨਈਅਰ ਬੰਦੇ ਦਾ ਕੋਈ ਇੱਕ ਤਾਰੂਫ ਹੋਵੇ ਤਾਂ ਦੱਸਾਂ। ਦੇਸ਼ ਦੇ ਚੋਟੀ ਦੇ ਪੱਤਰਕਾਰ, ਕੂਟਨੀਤੀਵਾਨ, ਪਾਰਲੀਮੈਂਟੇਰੀਅਨ, ਲੇਖਕ, ਨਾਗਰਿਕ ਅਧਿਕਾਰਾਂ ਦੀ ਜੰਗ ਦੇ ਮੋਢੀ ਘੁਲਾਟੀਏ, ਹਿੰਦ ਪਾਕ ਅਮਨ ਦੇ ਹਾਮੀ ਤੇ ਉਹਦੇ ਲਈ ਤਾਉਮਰ ਸੰਘਰਸ਼ੀਲ ਕੁਲਦੀਪ ਨਈਅਰ। ਵੈਸੇ ਸਭ ਤੋਂ ਵੀ ਜ਼ਿਆਦਾ ਸਾਰਥਕ ਹੋਵੇਗੀ ਉਹਨਾਂ ਦੀ ਇੰਟਰੋਡਕਸ਼ਨ ਜੇ ਮੈਂ ਇਹ ਕਹਾਂ ਕਿ ਉਹ ਸਾਡੇ ਮੁਲਕ ਦੀ ਅੰਤਰ-ਆਤਮਾ ਦੇ ਤਰਜਮਾਨ ਸਨ। ਲੋਕਤੰਤਰ ਲਈ, ਪ੍ਰੈਸ ਦੀ ਆਜ਼ਾਦੀ ਲਈ ਉਹਨਾਂ ਦੀ ਲੜਾਈ ਤੋਂ ਕੌਣ ਨਹੀਂ ਵਾਕਿਫ। ਪੰਜਾਬ, ਪੰਜਾਬੀ, ਪੰਜਾਬੀਅਤ ਦੇ ਉਮਰ ਭਰ ਲੰਬਰਦਾਰ ਰਹੇ ਕੁਲਦੀਪ ਨਈਅਰ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਉਹਨਾਂ ਬਾਰੇ ਗੱਲ ਕਰੀਏ ਉਹਨਾਂ ਮਸਲਿਆਂ ਬਾਰੇ, ਚੁਣੌਤੀਆਂ ਬਾਰੇ ਜਿਨ੍ਹਾਂ ਦੀ ਉਹ ਨਿਸ਼ਾਨਦੇਹੀ ਆਖਰੀ ਸਾਹ ਤੱਕ ਕਰਦੇ ਗਏ, ਤੇ ਉਹਨਾਂ ਖਦਸ਼ਿਆਂ ਬਾਰੇ ਜਿਨ੍ਹਾਂ ਤੋਂ ਉਹ ਸਾਨੂੰ ਆਗਾਹ ਕਰਦੇ ਸਨ। ਫਿਰ ਗੱਲ ਵੀ ਤਾਂ ਅਜਿਹੇ ਵਿਅਕਤੀ ਬਾਰੇ ਉਹਨਾਂ ਨਾਲ ਹੀ ਕਰਨੀ ਬਣਦੀ ਏ ਜਿਹੜੇ ਉਹਨਾਂ ਦੇ ਸਹਿਕਦਮੀ ਰਹੇ, ਨਾਲ ਤੁਰਦੇ ਰਹੇ, ਜਾਂ ਉਹਨਾਂ ਦੀਆਂ ਪਾਈਆਂ ਰਾਹਾਂ ਤੇ ਅੱਗੇ ਦੇ ਮੋਰਚੇ, ਅੱਗੇ ਦੀਆਂ ਪੇਸ਼ਬੰਦੀਆਂ ਕਰਨ ਦੀ ਬਾਤ ਪਾ ਰਹੇ ਨੇ। ਇਸ ਲਈ ਸਾਡੇ ਨਾਲ ਜੁੜ ਰਹੇ ਨੇ ਸਤਨਾਮ ਮਾਨਕ ਜੀ। ਸਤਨਾਮ ਮਾਨਕ ਜੀ ਅਦਾਰਾ ਅਜੀਤ ਅਖਬਾਰ ਦੇ ਰੂਏ ਰਵਾਂ ਨੇ, ਅਖਬਾਰ ਦੇ ਕਾਰਜਕਾਰੀ ਸੰਪਾਦਕ ਨੇ। ਇੱਕ ਲੰਬੇ ਸਮੇਂ ਤੋਂ ਕੁਲਦੀਪ ਨਈਅਰ ਦੇ ਕਦਮ ਨਾਲ ਕਦਮ ਮਿਲਾ ਕੇ ਇਸ ਰਸਤੇ ਤੇ ਤੁਰਦੇ ਰਹੇ ਨੇ, ਪ੍ਰੈਸ ਦੀ ਆਜ਼ਾਦੀ ਦੇ ਲਈ ਸੰਘਰਸ਼ੀਲ, ਹਿੰਦ ਪਾਕ ਦੋਸਤੀ ਦੇ ਲਈ ਤੇ ਦੋਨਾਂ ਪੰਜਾਬਾਂ ਦੀ ਮਿੱਤਰਤਾ ਦੇ ਲਈ। ਇਹਨਾਂ ਦੇ ਕੰਮ ਤੋਂ ਸਾਰਾ ਪੰਜਾਬ ਵਾਕਿਫ ਹੈ। ਸਾਡੇ ਨਾਲ ਜੁੜ ਰਹੇ ਨੇ ਸੁਮੇਲ ਸਿੰਘ ਸਿੱਧੂ ਜੀ। ਇਤਿਹਾਸ ਦੇ ਸ਼ੋਬੇ ਨਾਲ ਸੰਬੰਧ ਰੱਖਣ ਵਾਲੇ ਸੁਮੇਲ ਸਿੰਘ ਸਿੱਧੂ ਜੀ ਕੁਲਦੀਪ ਨਈਅਰ ਜੀ ਨੂੰ ਚੰਗੀ ਤਰ੍ਹਾਂ ਨੇੜਿਓਂ ਜਾਣਦੇ ਸਨ, ਉਹਨਾਂ ਦੇ ਨਾਲ ਇੰਟਰਵਿਊਜ਼ ਕਰ ਚੁੱਕੇ ਨੇ, ਤੇ ਉਹਨਾਂ ਨੂੰ ਅਸੀਂ ਇਸ ਲਈ ਬੁਲਾਇਆ ਕਿਉਂਕਿ ਅੱਜ ਪੰਜਾਬ ਦੀ ਜਿਸ ਕਿਸਮ ਦੀ ਇਤਿਹਾਸ ਸਾਜ਼ੀ ਹੋ ਰਹੀ ਹੈ, ਪੰਜਾਬੀਅਤ ਬਾਰੇ ਗੱਲ ਕਰਨ ਦੀ ਜਿਸ ਕਿਸਮ ਦੀ ਸ਼ਬਦ ਸਾਜ਼ੀ ਦੀ ਜ਼ਰੂਰਤ ਹੈ, ਉਸ ਰਸਤੇ ਦੇ ਉੱਤੇ ਸੁਮੇਲ ਸਿੰਘ ਸਿੱਧੂ ਵਰੀ ਇੱਕ ਲਗਾਤਾਰ ਸਾਂਝੀ ਵਾਲਤਾ ਦਾ ਹੋਕਾ ਲੈ ਕੇ ਅੱਗੇ ਵਧ ਰਹੇ ਨੇ। ਐਗਜ਼ੈਕਟਲੀ ਉਹਦੇ ਨਾਲ ਰੈਜ਼ੋਨੇਟ ਕਰਦਾ ਜਿਹੜੀ ਗੱਲ ਕੁਲਦੀਪ ਨਈਅਰ ਜੀ ਕਹਿੰਦੇ ਸਾਥੋਂ ਵਿਛੜੇ ਨੇ 95 ਸਾਲਾਂ ਦੀ ਉਮਰ 'ਚ। ਸਤਨਾਮ ਮਾਨਕ ਜੀ, ਤੁਹਾਡੇ ਨਾਲ ਬਹੁਤ ਲੰਬਾ ਰਾਬਤਾ ਰਿਹਾ ਉਹਨਾਂ ਦਾ, ਤੇ ਇੱਕ ਤੇ ਰਾਬਤਾ ਉਮਰ ਭਰ ਦਾ ਹੁੰਦਾ ਤੇ ਇੱਕ ਹਰ ਹਫਤੇ ਦਾ ਵੀ ਰਾਬਤਾ ਹੁੰਦਾ ਕਿਉਂਕਿ ਤੁਸੀਂ ਲਗਾਤਾਰ ਉਹਨਾਂ ਨੂੰ ਛਾਪਦੇ ਵੀ ਰਹੇ ਆਪਣੀ ਅਖਬਾਰ ਦੇ ਵਿੱਚ। ਥੋੜ੍ਹੇ ਸ਼ਬਦਾਂ ਵਿੱਚ ਕੁਲਦੀਪ ਨਈਅਰ ਨੂੰ ਕੋਈ ਕਿਵੇਂ ਸਮਝੇ? ਇਹ ਉਹਨਾਂ ਦੀ ਕਿਤਾਬ ਹੈ, ਉਹਨਾਂ ਦੀ ਆਟੋਬਾਇਓਗ੍ਰਾਫੀ, ਤੇ ਮੈਨੂੰ ਲੱਗਦਾ ਹੈ ਜੇ ਡਿਟੇਲ 'ਚ ਲਿਖੀ ਜਾਂਦੀ ਤਾਂ ਸ਼ਾਇਦ ਇਹਦੀਆਂ ਕਈ ਜਿਲਦਾਂ ਬਣ ਜਾਂਦੀਆਂ। ਇੰਨਾ ਵੱਡਾ ਤੇ ਫੈਲਿਆ ਉਹਨਾਂ ਦਾ ਜੀਵਨ ਸੀ, ਉਹਨਾਂ ਦਾ ਕੰਮ ਸੀ। ਹਾਊ ਵੁੱਡ ਯੂ ਡਿਸਕ੍ਰਾਈਬ ਕੁਲਦੀਪ ਨਈਅਰ? ਜੇਕਰ ਕੁਲਦੀਪ ਨਈਅਰ ਦੇ ਬਾਰੇ 'ਚ ਥੋੜ੍ਹੇ ਸ਼ਬਦਾਂ 'ਚ ਗੱਲ ਕਰਨੀ ਹੋਵੇ ਤੇ ਮੈਨੂੰ ਇੱਕ ਉਹ ਬੁਲੰਦ ਪੰਜਾਬੀ ਸ਼ਖਸੀਅਤ ਲੱਗਦੀ ਹੈ ਜਿਹਨੂੰ ਪੰਜਾਬ ਦੇ ਹਰ ਪੱਖ ਬਾਰੇ ਚਿੰਤਾ ਸੀਗੀ। ਉਹ ਸਿਰਫ ਜਿਹੜਾ ਪੰਜਾਬ ਨੂੰ ਹਰ ਪੱਖ ਤੋਂ ਅੱਗੇ ਵਧਿਆ ਹੋਇਆ ਹੀ ਨਹੀਂ ਦੇਖਣਾ ਚਾਹੁੰਦੇ ਸੀ, ਬਲਕਿ ਇਹ ਵੀ ਉਹ ਚਾਹੁੰਦੇ ਸੀ ਕਿ ਪੰਜਾਬ ਦੇ ਵਿੱਚ ਪੰਜਾਬੀ ਜ਼ਬਾਨ ਜ਼ਿੰਦਾ ਰਹਿਣੀ ਚਾਹੀਦੀ ਹੈ ਔਰ ਪੰਜਾਬ ਦੇ ਆਲੇ ਦੁਆਲੇ ਅਮਨ ਹੋਣਾ ਚਾਹੀਦਾ, ਪੰਜਾਬੀਅਤ ਦੀ ਰੂਹ ਰਹਿਣੀ ਚਾਹੀਦੀ। ਔਰ ਪੰਜਾਬ ਦੇ ਆਲੇ ਦੁਆਲੇ ਅਮਨ ਇਸ ਲਈ ਉਹ ਸਮਝਦੇ ਸੀਗੇ ਕਿ ਜੇਕਰ ਇਹ ਪੰਜਾਬ ਜਿਹੜਾ ਚੜ੍ਹਦਾ ਪੰਜਾਬ ਆ, ਜੇ ਉਹ ਲਹਿੰਦੇ ਪੰਜਾਬ ਤੋਂ ਲੰਮੇ ਸਮੇਂ ਤੱਕ ਵੱਖ-ਵੱਖ ਰਹਿੰਦਾ ਤਾਂ ਇਸ ਖਿੱਤੇ 'ਚ ਪੰਜਾਬੀ ਜ਼ਬਾਨ ਨੂੰ, ਪੰਜਾਬੀ ਸੱਭਿਆਚਾਰ ਨੂੰ, ਪੰਜਾਬੀ ਤਹਿਜ਼ੀਬ ਨੂੰ ਜਿਹੜਾ ਨੁਕਸਾਨ ਹੋ ਸਕਦਾ। ਤੇ ਉਹਨਾਂ ਦੀ ਇੱਛਾ ਸੀਗੀ ਕਿ ਇਹ ਦੋਵੇਂ ਪੰਜਾਬ ਜਿਹੜੇ ਨੇੜੇ ਆਉਣ, ਇਹਦੇ ਨਾਲ ਪੰਜਾਬੀ ਜ਼ਬਾਨ, ਪੰਜਾਬੀ ਸੱਭਿਆਚਾਰ, ਪੰਜਾਬੀ ਪੱਤਰਕਾਰੀ, ਪੰਜਾਬੀ ਫਿਲਮਾਂ, ਹਰ ਚੀਜ਼ ਜਿਹੜੀ ਅੱਗੇ ਵਧੇਗੀ, ਪੰਜਾਬੀਆਂ ਦੀ ਇੱਕ ਵੱਡੀ ਮਾਰਕੀਟ ਹੋਏਗੀ। ਇਹ ਉਹਨਾਂ ਦੇ ਮਨ 'ਚ ਕਿਤੇ ਨਾ ਕਿਤੇ ਗੱਲ ਪਈ ਸੀ। ਇਸੇ ਹੀ ਕਰਕੇ ਉਹ ਜਿਹੜਾ ਹਿੰਦ ਪਾਕ ਦੋਸਤੀ ਮੰਚ ਉਹਨਾਂ ਨੇ ਬਣਾਇਆ, ਦੋਨਾਂ ਦੇਸ਼ਾਂ ਦੇ ਬਾਰਡਰ ਜਿਹੜੇ ਆ ਉਹਨੂੰ ਖੁਲਵਾਉਣ ਲਈ, ਲੋਕਾਂ ਦੀ ਆਵਾਜਾਈ ਲਈ, ਦੋਨਾਂ ਦੇਸ਼ਾਂ ਦੇ ਸੰਬੰਧ ਸੁਧਾਰਨ ਲਈ ਉਹ ਯਤਨਸ਼ੀਲ ਹੋਏ। ਪਰ ਉਹਨਾਂ ਦੇ ਮਨ 'ਚ ਜਿਹੜਾ ਦੋਨਾਂ ਪੰਜਾਬੀਆਂ ਨੂੰ ਤੇ ਦੋਨਾਂ ਪੰਜਾਬਾਂ ਨੂੰ ਨੇੜੇ ਲਿਆਉਣ ਦੀ ਉਹਨਾਂ ਦੇ ਜਿਹੜੀ ਧੁਨ ਸਮਾਈ ਹੋਈ ਸੀ। ਜਦੋਂ ਅਸੀਂ ਲਗਾਤਾਰ ਹਿੰਦ ਪਾਕ ਦੋਸਤੀ ਮੰਚ ਦੇ ਮਾਧਿਅਮ ਨਾਲ ਉਹਨਾਂ ਨਾਲ ਕੰਮ ਕਰਦੇ ਰਹੇ ਤੇ ਇਹ ਗੱਲ ਹੌਲੀ ਅੱਗੇ ਵਧਣ ਲੱਗੀ। ਇੱਕ ਟਾਈਮ ਤੇ ਅਜਿਹਾ ਵੀ ਆ ਗਿਆ 20 ਪਾਕਿਸਤਾਨ ਦੇ ਪਾਰਲੀਮੈਂਟ ਮੈਂਬਰ ਸਾਡੀਆਂ ਸਟੇਜਾਂ ਤੇ ਪਹੁੰਚਣ ਲੱਗ ਗਏ। ਤੁਸੀਂ ਉੱਧਰ ਜਾਂਦੇ ਰਹੇ, ਸਾਫ਼-ਮਾਨ ਨਾਲ ਤੁਸੀਂ ਕੰਮ ਕਰਦੇ ਰਹੇ। ਉਧਰੋਂ ਦੋਨਾਂ ਪਾਸਿਆਂ ਤੋਂ ਬੜਾ ਹੰਗਾਰਾ ਮਿਲਣ ਲੱਗਿਆ। ਇੱਕ ਦਿਨ ਮੈਨੂੰ ਜਲੰਧਰ ਆਇਓ ਤੇ ਮੈਨੂੰ ਕਹਿੰਦੇ ਵੀ ਸਤਨਾਮ ਗੱਲ ਸੁਣ, ਤੇ ਜਿਹੜਾ ਅਸੀਂ ਇਹ ਹਿੰਦ ਪਾਕ ਦੋਸਤੀ ਦਾ ਕਰਦੇ ਹਾਂ, ਅਮਨ ਦੀ ਗੱਲ ਕਰਦੇ ਹਾਂ, ਇਹਦੇ 'ਚ ਸਾਡੇ ਹੱਥ ਬਹੁਤਾ ਨਹੀਂ ਹੈਗਾ। ਦੋ ਸਰਕਾਰਾਂ ਉੱਪਰ ਤੇ ਵੱਡੀਆਂ ਤਾਕਤਾਂ ਉੱਪਰ ਬਹੁਤ ਸਾਰੀਆਂ ਚੀਜ਼ਾਂ ਨਿਰਭਰ ਹੈ। ਭਾਵੇਂ ਅਸੀਂ ਚੇਤਨਾ ਫੈਲਾਈ ਜਾਣੀ ਹੈ, ਅਵੇਕਨਿੰਗ ਅਸੀਂ ਕਰਨੀ ਹੈ, ਇਹ ਅਸੀਂ ਕਰਦੇ ਰਹਾਂਗੇ, ਪਰ ਮੋਮਬੱਤੀਆਂ ਇੱਕ ਹੱਦ ਤੱਕ ਲੈ ਜਾਂਦੀਆਂ ਨੇ, ਉਸ ਤੋਂ ਬਾਅਦ ਨੇਸ਼ਨ ਸਟੇਟਸ। ਉਹਨਾਂ ਨੇ ਮੈਨੂੰ ਸਿੱਧੀ ਗੱਲ ਕਹੀ, ਸੁਮੇਲ ਸਿੰਘ ਜੀ ਇਹ ਸੁਣਨ ਵਾਲੀ ਹੈ, ਜੇ ਤੂੰ ਮੈਨੂੰ ਇੱਕ ਦੱਸ ਸਤਨਾਮ ਗੱਲ ਕਿ 50 ਸਾਲਾਂ ਬਾਅਦ ਇੱਥੇ ਪੰਜਾਬੀ ਨਾ ਰਵੇ, ਪੰਜਾਬੀ ਜ਼ਬਾਨ ਨਾ ਰਵੇ, ਇੱਥੇ ਲੋਕ ਰਹਿੰਦੇ
ਹੋਣ ਤੇ ਤੁਸੀਂ ਤੁਹਾਡੀਆਂ ਕੋਠੀਆਂ, ਤੁਹਾਡੀਆਂ ਕਾਰਾਂ, ਤੁਹਾਡੇ ਜਿਹੜੇ ਹੋਰ ਵਿਕਾਸ ਦੇ ਕਾਰਜ ਇਹ ਕਿਸ ਕੰਮ ਆਉਣਗੇ ਜੇ ਇੱਥੇ ਪੰਜਾਬੀ ਜੇ ਇੱਥੇ ਪੰਜਾਬੀ ਨਹੀਂ ਹੈਗੇ, ਪੰਜਾਬੀਅਤ ਨਹੀਂ ਹੈਗੀ ਤੇ ਫਿਰ ਇਹ ਚੀਜ਼ਾਂ ਤੁਹਾਡੇ ਕਿਸ ਕੰਮ ਆਉਣਗੀਆਂ। ਜਦੋਂ ਉਹਨਾਂ ਨੇ ਇਸ ਤਰ੍ਹਾਂ ਮੈਨੂੰ ਕੀਤਾ ਮੈਂ ਹਲੂਣਿਆ ਗਿਆ। ਔਰ ਉਹ ਤੋਂ ਬਾਅਦ ਇਹ 2006 ਦੀ ਗੱਲ ਹੈ, ਉਹ ਤੋਂ ਬਾਅਦ ਅਸੀਂ ਫਿਰ ਲਗਾਤਾਰ ਯਤਨ ਕੀਤੇ ਕਿ ਅਮਨ ਦੀ ਗੱਲ ਕਰਨ ਦੇ ਨਾਲ ਨਾਲ ਪੰਜਾਬ 'ਚ ਪੰਜਾਬੀ ਜ਼ੁਬਾਨ ਨੂੰ ਜ਼ਿੰਦਾ ਰੱਖਣ ਲਈ, ਲੋਕਾਂ ਤੱਕ ਪਹੁੰਚਾਉਣ ਲਈ ਔਰ ਇਹਨੂੰ ਘੱਟੋ ਘੱਟ 10ਵੀਂ ਤੱਕ ਸਕੂਲਾਂ 'ਚ ਸਰਕਾਰੀ ਗੈਰ ਸਰਕਾਰੀ ਸਕੂਲਾਂ 'ਚ ਲਾਗੂ ਕਰਾਉਣ ਲਈ ਕੁਝ ਨਾ ਕੁਝ ਕੰਮ ਜਿਹੜਾ ਆਈਲ ਕਮ ਟੂ ਦੈਟ ਜਿਹੜਾ ਉਹਨਾਂ ਦਾ ਪੰਜਾਬ ਦੀ ਟਰਫ ਦੇ ਉੱਤੇ, ਪੰਜਾਬੀਅਤ ਦੀ ਟਰਫ ਦੇ ਉੱਤੇ ਜਿਹੜਾ ਕੰਮ ਹੈ, ਕਿਉਂਕਿ ਦੋ ਪ੍ਰੋਂਗਸ ਨੇ, ਉਹਦੀਆਂ ਦੋ ਪਿਲਰਸ ਨੇ, ਇੱਕ ਹਿੰਦ ਪਾਕ ਦੋਸਤੀ, ਇੱਕ ਪੰਜਾਬੀ ਜ਼ੁਬਾਨ ਲਈ, ਪੰਜਾਬੀਅਤ ਦੀ ਰੂਹ ਲਈ ਜਿਸ ਕਿਸਮ ਦੀ ਲੜਾਈ ਲੜੀ ਹੈ। ਬਟ ਇਵੈਂਚੁਅਲੀ ਹਥਿਆਰ ਉਹਨਾਂ ਦਾ ਸਾਰੀ ਉਮਰ ਪੱਤਰਕਾਰਤਾ ਸੀ। ਵੈਸੇ ਕਿੱਥੇ ਉਹਨਾਂ ਦੀ ਪੱਤਰਕਾਰਤਾ ਖਤਮ ਹੁੰਦੀ ਹੈ, ਕਿੱਥੋਂ ਐਕਟਿਵਿਜ਼ਮ ਸ਼ੁਰੂ ਹੁੰਦਾ ਹੈ, ਫਿਰ ਕਿੱਥੋਂ ਪੱਤਰਕਾਰਤਾ ਦੁਬਾਰਾ ਸ਼ੁਰੂ ਹੋ ਜਾਂਦੀ ਹੈ, ਉਹ ਲਾਈਨਸ ਉਹਨਾਂ ਨੇ ਬਲੱਡ ਰੱਖੀਆਂ ਸੀ। ਉਹਨਾਂ ਨੇ ਜੋ ਲਿਖਿਆ ਉਸ ਤਰੀਕੇ ਨਾਲ ਜੀਵਿਆ ਉਸ ਨੂੰ। ਪਰ ਜਿਸ ਕਿਸਮ ਦੇ ਹਾਲਾਤ ਉਹਨਾਂ ਨੇ ਦੇਖਿਆ, ਇੱਕ ਤਾਂ ਐਮਰਜੈਂਸੀ ਵਾਲੀ ਵੱਡੀ ਲੜਾਈ ਦੇ ਵਿੱਚ ਉਹ ਬਹੁਤ ਵੱਡੇ ਘੁਲਾਟੀਏ ਹੋ ਕੇ ਨਿਬੜੇ। ਡਿਸਕ੍ਰਾਈਬ ਟੂ ਮੀ ਦੈਟ ਕੁਲਦੀਪ ਨਈਅਰ ਵਨ। ਤੇ ਦੂਸਰਾ, ਜਿਸ ਵੇਲੇ ਉਹ ਇਹ ਲੜਾਈ ਅੱਗੇ ਲੈ ਕੇ ਜਾਂਦੇ ਨੇ ਲੋਕਤੰਤਰੀ ਮੁੱਲਾਂ ਲਈ, ਡੈਮੋਕ੍ਰੈਟਿਕ ਨੋਰਮਸ ਲਈ, ਤੇ ਜਿਸ ਕਿਸਮ ਦੇ ਦੇਸ਼ ਦੇ ਵਿੱਚ ਅੱਜ ਹਾਲਾਤ ਨੇ, ਇਹਦੇ ਵਿੱਚ ਹਿੰਦ ਪਾਕ ਦੋਸਤੀ ਦੀ ਗੱਲ, ਲੋਕਤੰਤਰਿਕ ਨੋਰਮਸ ਦੀ ਗੱਲ, ਇਹ ਸਾਰੀਆਂ ਲੜਾਈਆਂ ਇੱਕ ਮੁਹਾਨੇ ਤੇ ਆ ਇਕੱਠੀਆਂ ਹੋ ਜਾਂਦੀਆਂ ਨੇ। ਤੇ ਅਸੀਂ ਕੁਲਦੀਪ ਨਈਅਰ ਨੂੰ ਆਖਰੀ ਸਾਹਾਂ ਤੱਕ ਲੜਦਿਆਂ ਦੇਖਿਆ। ਜਿਹੜਾ ਆਖਰੀ ਕਾਲਮ ਹੈ ਮੈਂ ਜ਼ਿਕਰ ਕਰਦਿਆਂ, ਉਹ ਉਹਨਾਂ ਦੀ ਮੌਤ ਤੋਂ ਕੁਝ ਘੰਟੇ ਬਾਅਦ ਛਪਿਆ। ਆਖਰੀ ਸਾਹ ਤੱਕ ਉਹ ਵਿਅਕਤੀ ਲਿਖਦੇ ਚਲੇ ਗਏ। ਜੀ, ਬਹੁਤ ਵੱਡਾ ਪੰਜਾਬੀ ਸਾਡੇ ਤੋਂ ਵਿਦਾ ਹੋਇਆ। ਪੰਜਾਬ ਨੂੰ ਉਦਾਸ ਹੋਣਾ ਚਾਹੀਦਾ ਹੈ। ਇੰਨੇ ਵੱਡੇ ਬੰਦੇ ਸਾਡੇ ਵਿੱਚੋਂ ਗਿਰ ਗਏ ਨੇ। ਹੋਰਾਂ ਦਾ ਜ਼ਿਕਰ ਜੇ ਮੈਂ ਕਰਨਾ ਹੋਵੇ ਤਾਂ 2018 ਦੇ ਵਿੱਚ ਅਸਮਾ ਜਹਾਂਗੀਰ ਦਾ ਚਲਾਣਾ ਹੋਇਆ। ਬਿਲਕੁਲ, ਹਿੰਦ ਪਾਕ ਅਮਨ ਦੀ ਵੱਡੀ ਅਲੰਬਰਦਾਰ ਹਿਊਮਨ ਰਾਈਟਸ ਦੀ ਐਕਟਿਵਿਸਟ ਪਾਕਿਸਤਾਨ ਤੋਂ ਮਦੀਹਾ ਗੌਹਰ ਦਾ ਅਜੋਕਾ ਥੀਏਟਰ ਵਾਲੇ, ਬਿਲਕੁਲ ਉਹਨਾਂ ਦਾ ਚਲਾਣਾ ਹੋਇਆ। ਬਿਲਕੁਲ, ਕੁਲਦੀਪ ਨਈਅਰ ਜੀ ਦੀ ਤੇ ਚਲੋ ਉਮਰ ਸੀ, ਪਰ ਇਹ ਹੈ ਕਿ ਸਾਡਾ ਹਾਲ ਇੰਨਾ ਕੁ ਮੰਦਾ ਹੈ ਕਿ ਉਹਨਾਂ ਦਾ ਜਾਣਾ ਵੀ ਬਰਦਾਸ਼ਤ ਕਰਨਾ ਬਹੁਤ ਔਖਾ ਹੈ। ਥੋੜ੍ਹਾ ਜਿਹਾ ਜ਼ਾਤੀ ਤੌਰ 'ਤੇ ਮੈਨੂੰ ਇਸ ਕਰਕੇ ਵੀ ਕਿ ਮੈਂ ਉਹਨਾਂ ਨੂੰ ਉਹਨਾਂ ਦੀ ਉਮਰ ਦੇ ਢਲਦੇ ਵਰਿਆਂ ਦੇ ਵਿੱਚ ਮਿਲ ਸਕਿਆ। ਤੇ ਇੱਕ ਉਹਨਾਂ ਦੇ ਅੰਦਰ ਇਹ ਬਹੁਤ ਸੀ ਕਿ ਭੁੱਲਣ ਲੱਗ ਗਏ ਸਨ ਉਹ ਪਿਛਲੇ ਸਾਲਾਂ ਦੇ ਵਿੱਚ। ਤੇ ਕੁਦਰਤਨ ਮੈਨੂੰ ਇਹ ਰਹਿੰਦਾ ਸੀ, ਥੋੜ੍ਹਾ ਸੰਕੋਚ ਵੀ ਸੀ ਕਿ ਮੈਨੂੰ ਵੀ ਪਛਾਣਨਗੇ ਕਿ ਨਹੀਂ, ਕਿ ਮੈਂ ਹੁਣ ਇਹਨਾਂ ਨੂੰ ਮਿਲਾਂ, ਕਿ ਫਿਰ ਦੁਬਾਰਾ ਸਾਰਾ ਕੁਝ ਦੱਸਾਂ। ਪਰ ਉਹ ਮੈਨੂੰ ਦੂਰੋਂ ਆਵਾਜ਼ ਮਾਰ ਲੈਂਦੇ ਸੀ, ਆਓ ਬਈ ਇੱਥੇ ਆ। ਤੇ ਉਹ ਪਹਿਲਾ ਹੀ ਸਵਾਲ ਇਹ ਪੁੱਛਦੇ ਸੀ, ਪੰਜਾਬ ਦਾ ਕੀ ਹਾਲ ਹੈ, ਮੈਨੂੰ ਦੱਸਣ ਆ, ਘਰ ਆ ਉੱਥੇ। ਤੇ ਮੈਂ ਕਈ ਵਾਰ ਜਾਂਦਾ ਰਹਿੰਦਾ, ਉਹਨਾਂ ਦੇ ਨਾਲ ਗੱਲਬਾਤ ਇਸ ਕਿਸਮ ਦੀ ਚੱਲਦੀ ਰਹਿੰਦੀ ਸੀ। ਜੀ, ਸੋ ਇੱਕ ਤੇ ਇਹ। ਦੂਸਰਾ ਮੈਨੂੰ ਇਹ ਲੱਗਦਾ ਕਿ ਕੁਲਦੀਪ ਨਈਅਰ ਦੇ ਜੇ ਮੈਂ ਜ਼ਿੰਦਗੀ ਦੇ ਸਫ਼ਰ ਨੂੰ ਦੇਖਾਂ ਤਾਂ ਉਹਦੇ ਵਿੱਚ ਇਹ ਹੈ ਕਿ ਇਹ ਭਗਤ ਸਿੰਘ ਤੋਂ ਮਗਰਲੀ ਜਨਰੇਸ਼ਨ, ਉਹਨਾਂ ਤੋਂ 14-15 ਸਾਲ ਬਾਅਦ ਆਉਂਦੇ ਨੇ ਇਹ। ਤੇ 1920s ਦਾ, ਹਾਂਜੀ 1923 ਦਾ। ਤੇ ਇਸ ਪੀੜ੍ਹੀ ਦੇ ਉੱਤੇ ਅਸਰ ਬਹੁਤ ਸੀ ਭਗਤ ਸਿੰਘ ਦੀ ਸ਼ਹਾਦਤ ਦਾ। ਉਹਨਾਂ ਨੇ ਭਗਤ ਸਿੰਘ ਦੇ ਉੱਤੇ ਕੰਮ ਵੀ ਕੀਤਾ, ਬਾਅਦ ਦੇ ਵਿੱਚ ਉਹਨਾਂ ਨੇ ਕਿਤਾਬ ਵੀ ਲਿਖੀ। ਮੈਂ ਉਸ ਕਿਤਾਬ ਦੇ ਸੰਬੰਧ 'ਚ ਜਦੋਂ ਉਹਨਾਂ ਦੇ ਨਾਲ ਮੈਂ ਗੱਲਬਾਤ ਕੀਤੀ ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਉਹਨਾਂ ਤੋਂ ਬਾਅਦ ਦੀ ਪੀੜ੍ਹੀ ਹੋ, ਉਹਨਾਂ ਹੀ ਸ਼ਹਿਰਾਂ ਦੇ ਵਿੱਚ ਭਗਤ ਸਿੰਘ ਦਾ ਤੇ ਜ਼ਿਕਰ ਉਸ ਸਮੇਂ ਬਹੁਤ ਬਲਵਾਨ ਹੋ ਚੁੱਕਿਆ ਸੀ, ਤਾਂ ਉਹਨਾਂ ਨੇ ਕੁਝ ਖੁਦ ਸਿਆਲਕੋਟ ਤੋਂ ਸਨ। ਤੇ ਇਹ ਦੂਸਰੀ ਗੱਲ ਮੈਂ ਕਹਿਣੀ ਸੀ ਕਿ ਮੈਂ ਕਿਹਾ ਜੀ ਤੁਹਾਡਾ ਆਦਰ ਬਾਕੀ ਤੇ ਗੱਲਾਂ ਕਰਕੇ ਹੈ ਹੀ ਹੈ, ਕੁਝ ਇਸ ਕਰਕੇ ਵੀ ਹੈ ਵੀ ਤੁਸੀਂ ਹੀਰ ਦੇ ਕਬੀਲੇ ਤੋਂ, ਸਿਆਲਾਂ ਦੇ ਹੀਰ ਸੀ, ਸਿਆਲਕੋਟ ਦੇ ਤੁਸੀਂ ਹੋ। ਇਸ ਗੱਲ ਦੇ ਵਿੱਚ ਵੀ ਉਹ ਕਾਫੀ ਮਾਣ ਮਹਿਸੂਸ ਕਰਦੇ ਸਨ। ਤੀਸਰੀ ਗੱਲ ਜਿਹੜੀ ਮੈਨੂੰ ਲੱਗੀ ਕਿ ਉਹ ਜਿਹੜਾ ਇੱਕ ਇੰਡੀਅਨ ਨੈਸ਼ਨਲ ਫਰੀडम ਮੂਵਮੈਂਟ ਸੀ, ਉਹਦੀ ਇੱਕ ਜਿਹੜੀ ਪੋਪੂਲਰ ਜਿਹੜੀ ਪਾਰਟਿਸਿਪੇਸ਼ਨ ਨੇ, ਜਿਸ ਕਿਸਮ ਦੀਆਂ ਐਨਰਜੀਜ਼ ਨੂੰ, ਜਿਸ ਕਿਸਮ ਦੀ ਲੋਕਾਂ ਦੀ ਊਰਜਾ ਨੂੰ ਚੈਨਲਾਈਜ਼ ਕੀਤਾ, ਬਿਲਕੁਲ ਕੁਲਦੀਪ ਨਈਅਰ ਜੀ ਨੇ ਉਹਨਾਂ ਚੀਜ਼ਾਂ ਨੂੰ ਬਹੁਤ ਨੇੜਿਓਂ ਵੇਖਿਆ ਹੀ ਨਹੀਂ, ਉਹਨਾਂ 'ਚ ਹਿੱਸਾ ਲਿਆ, ਉਹਨਾਂ ਨੂੰ ਬਹੁਤ ਨੇੜਿਓਂ ਅਬਜ਼ਰਵ ਕੀਤਾ। ਭੀਮ ਸੈਨ ਸੱਚਰ ਹੁਣਾਂ ਦੇ ਪਰਿਵਾਰ ਦੇ ਵਿੱਚ ਇਹਨਾਂ ਦੀ ਸ਼ਾਦੀ ਹੁੰਦੀ ਹੈ, ਉਸ ਕਿਸਮ ਦੀ ਕਾਂਗਰਸ ਭੀਮ ਸੈਨ ਸੱਚਰ ਉਹਨਾਂ ਦੇ ਸਹੁਰੇ ਸਨ ਤੇ ਐਮਰਜੈਂਸੀ ਵੇਲੇ ਜਿਸ ਵੇਲੇ ਅਰੈਸਟ ਹੋਏ ਨੇ ਤੇ ਦਾਮਾਦ ਤੇ ਸਹੁਰਾ ਸਾਹਿਬ ਇਕੱਠੇ ਇੱਕੋ ਹੀ ਬੈਰਕ 'ਚ ਸਨ। ਔਰ ਰਾਜਿੰਦਰ ਸੱਚਰ ਹੁਣਾਂ ਦੇ ਨਾਲ ਜਸਟਿਸ ਰਾਜਿੰਦਰ ਸੱਚਰ ਵੀ ਨਹੀਂ ਰਹੇ, ਉਹ ਵੀ ਇਸੇ ਸਾਲ ਹੀ ਗਏ ਨੇ। ਮਤਲਬ ਇਹ ਚੌਥਾ ਬਹੁਤ ਵੱਡੇ ਲਾਸਿਸ ਨੇ, ਔਰ ਉਹ ਵੀ ਤਾਂ ਉਮਰ ਹਿਊਮਨ ਰਾਈਟਸ ਤੇ ਵੱਡੇ ਸਿਵਲ ਰਾਈਟਸ, ਸਿਵਲ ਲਿਬਰਟੀਜ਼ ਦੇ ਸਾਡੇ ਟ੍ਰੈਡੀਸ਼ਨ ਹੈ ਜਿਹੜੀ ਡਾਕਟਰ ਸਤਪਾਲ ਦੀ ਤੇ ਡਾਕਟਰ ਕਿਚਲੂ ਦੀ ਕਾਂਗਰਸ ਸੋਸ਼ਲਿਸਟ ਵਾਲੀ ਜਿਹੜੀ PUCL PUDR ਵਾਲੇ ਬਾਅਦ ਦੇ ਵਿੱਚ ਇੱਥੋਂ ਤੱਕ ਆਉਂਦੀ ਹੈ।
ਸੋ ਮੈਨੂੰ ਇਹ ਲੱਗਦਾ ਸੀ ਕਿ ਇੱਕ ਤੇ ਉਹਨਾਂ ਨੇ ਫਿਰ ਇਹ ਲਿਖਿਆ, ਮੇਰੇ ਖਿਆਲ ਇਸੇ ਕਿਤਾਬ ਦੇ ਵਿੱਚ ਹੀ ਆਉਂਦਾ ਕਿ ਐਮਰਜੈਂਸੀ ਜਦੋਂ ਲੱਗੀ ਤਾਂ ਕੁਲਦੀਪ ਨਈਅਰ ਹੁਣੀ ਫੰਡਾਮੈਂਟਲੀ ਉਹ ਬਦਲੇ। ਉਹ ਕਹਿੰਦੇ ਕਿ ਮੈਂ ਇਸ ਤੋਂ ਪਹਿਲਾਂ ਤਾਂ ਇਉਂ ਲੱਗ ਰਿਹਾ ਸੀ ਕਿ ਮੈਂ ਇੱਕ ਬੜੇ ਕੁਲੀਨ ਲੋਕਾਂ ਦੇ ਕੋਕੂਨ ਦੇ ਵਿੱਚ ਰਹਿ ਰਹੇ ਹਾਂ, ਦੇਸ਼ ਸੇਫਟੀ ਜ਼ੋਨ ਸੀ, ਕੰਫਰਟ ਜ਼ੋਨ ਸੀ, ਦੇਸ਼ ਬਣਾਉਣ ਨਹਿਰੂ ਤੋਂ ਬਾਅਦ ਦਾ, ਤੇ ਇਹ ਸਾਰਾ ਕੁਝ ਦੇਸ਼ ਬਣਿਆ ਰਹੇ, ਦੇਸ਼ ਅੱਗੇ ਚੱਲੇ। ਨਹਿਰੂਵੀਅਨ ਵੀ ਉਹਨਾਂ ਦੇ ਉੱਤੇ ਅਸਰ ਬਹੁਤ ਸੀ, ਨਹਿਰੂਵੀਅਨ ਉਹ ਸਾਰੀ ਉਮਰ ਰਹੇ ਸਟੇਟ ਦੇ ਨਾਲ ਵੀ ਇੱਕ ਕਿਸਮ ਦਾ ਇੱਕ ਉਸ ਨੂੰ ਇੱਕ ਪ੍ਰੋ ਪੀਪਲ ਐਜ ਦੇ ਕੇ ਰੱਖਣ ਦੇ ਵਿੱਚ ਵੀ ਇਹਨਾਂ ਦੀਆਂ ਕੋਸ਼ਿਸ਼ਾਂ ਰਹੀਆਂ ਜੀ। ਉਸ ਤੋਂ ਬਾਅਦ ਇਹ 75 ਦੀ ਐਮਰਜੈਂਸੀ ਨੂੰ ਇਹ ਡਿਸਾਈਸਿਵ ਮੰਨਦੇ ਨੇ ਆਪਣੀ, ਕਿ ਉਹੀ ਬੰਦਾ ਫੇਰ ਕਿਸ ਤਰ੍ਹਾਂ ਦੇ ਨਾਲ ਜਦੋਂ ਹੀ ਭਾਰਤ ਦੀ ਰਿਆਸਤ ਦੇ ਵਿੱਚ ਇਹ ਵਿਗਾੜ ਆਉਂਦੇ ਨੇ ਤਾਂ ਉਹਨਾਂ ਦੇ ਬਰਖਲਾਫ ਝੰਡਾ ਚੁੱਕਣ ਵਾਲਾ, ਲੋਕਾਂ ਨੂੰ ਆਰਗੇਨਾਈਜ਼ ਕਰਨ ਵਾਲਾ, ਲੀਡਰਸ਼ਿਪ ਦੇਣ ਵਾਲਾ ਵੀ ਫਿਰ ਪੰਜਾਬੀ ਕੁਲਦੀਪ ਨਈਅਰ ਹੀ ਨਿਤਰਿਆ। ਉਸ ਲੀਡਰਸ਼ਿਪ ਵਿੱਚ ਵੈਸੇ ਬਹੁਤੇ ਪੰਜਾਬੀ ਨੇ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਅਕਾਲੀ ਦਲ ਦੇ ਵੱਡੇ ਨਾਵਾਂ ਤੋਂ ਲੈ ਕੇ ਸਿੰਘ ਹੁਣੀ ਵੀ ਸਿੰਘ ਹਨੀ ਲਗਾਤਾਰ, ਵੈਸੇ ਅਰੁਣ ਜੇਤਲੇ ਵੀ ਉਹਨਾਂ ਦਿਨਾਂ 'ਚ ਜੇਲ੍ਹ 'ਚ ਗਏ ਨੇ। ਅੱਜ ਵੱਖਰੀ ਗੱਲ ਹੈ ਕਿ ਅੱਜ ਹੋਰ ਕਿਸਮ ਦੀ ਐਮਰਜੈਂਸੀ ਦੇਸ਼ ਵਿੱਚ ਦਿਖਾਈ ਦਿੰਦੀ ਹੈ, ਤੇ ਇਹ ਜਿਹੜੀ ਨਵੀਂ ਐਮਰਜੈਂਸੀ ਦਿਖਾਈ ਦਿੰਦੀ ਹੈ ਇਹਦੇ ਬਾਰੇ ਵੀ ਕੁਲਦੀਪ ਨਈਅਰ ਜਿਹੜੀ ਜਾਂਦੇ ਜਾਂਦੇ ਕੋਈ ਕੁਝ ਕਹਿ ਗਏ, ਅਸੀਂ ਉਹਦੇ ਬਾਰੇ ਵੀ ਗੱਲ ਕਰਾਂਗੇ। ਮੈਂ ਜਸਟ ਮੰਜ਼ਰ ਮਨ 'ਚ ਲਿਆ ਰਿਹਾ ਸੀ ਕਿ ਹੁਣੇ ਜਦੋਂ ਗਏ ਨੇ ਤੇ ਦਿੱਲੀ ਦੇ ਲੋਧੀ ਕ੍ਰੈਮਾਟੋਰੀਅਮ ਦੇ ਵਿੱਚ, ਸ਼ਮਸ਼ਾਨ ਘਾਟ ਦੇ ਵਿੱਚ ਤੁਸੀਂ ਖੜੇ ਦੇਖੋ ਕੌਣ ਕੌਣ ਸੀਗੇ ਉੱਥੇ। ਮਨਮੋਹਨ ਸਿੰਘ ਖੜੇ ਨੇ ਉੱਥੇ ਹੀ, ਅਰਵਿੰਦ ਕੇਜਰੀਵਾਲ ਖੜੇ ਨੇ ਉੱਥੇ ਹੀ, ਉਹ ਡਾਕਟਰ ਹਰਸ਼ਵਰਧਨ ਖੜੇ ਨੇ, ਹੋਰ ਮੰਤਰੀ ਖੜੇ ਨੇ, ਰਾਜਵਰਧਨ ਰਠੌਰ ਖੜੇ ਨੇ, ਅਰੁਣ ਸ਼ੌਰੀ ਖੜੇ ਨੇ, ਸਵਾਮੀ ਅਗਨੀਵੇਸ਼ ਤੇ ਕੈਲਾਸ਼ ਸਤਿਆਰਥੀ ਖੜੇ ਨੇ, ਇੰਨੇ ਸਾਰੇ ਪ੍ਰੋਫੈਸਰ, ਇੰਨੇ ਪੱਤਰਕਾਰ ਅਕ੍ਰੋਸ ਆਈਡੀਓਲੋਜੀਜ਼, ਉਹਨਾਂ ਦੀ ਰਿਸਪੈਕਟ ਸੀ। ਪ੍ਰਧਾਨ ਮੰਤਰੀ ਨੇ ਜਿਸ ਤਰੀਕੇ ਦੀ ਗੱਲ ਕੀਤੀ, ਉਹਨਾਂ ਨੇ ਕਿਹਾ ਕਿ ਸਾਡੇ ਸਖਤ ਵਿਰੋਧੀ ਸਨ ਪਰ ਮੈਂ ਸੈਲਿਊਟ ਕਰਦਾ ਜਿਸ ਤਰੀਕੇ ਨਾਲ ਉਹ ਐਮਰਜੈਂਸੀ ਦੇ ਖਿਲਾਫ ਲੜੇ। ਤੁਹਾਨੂੰ ਲੱਗਦਾ ਉਹ ਲੜਾਈ ਜਿਹੜੀ ਐਮਰਜੈਂਸੀ ਦੇ ਖਿਲਾਫ ਸੀ ਉਹ ਹੁਣ ਦੁਬਾਰਾ ਲੜਨੀ ਪੈ ਰਹੀ ਹੈ, ਇਸ ਵਾਰੀ ਕੁਲਦੀਪ ਨਈਅਰ ਹੋਰਾਂ ਤੋਂ ਬਿਨਾਂ ਲੜਨੀ ਪਏਗੀ, ਤੇ ਕੁਲਦੀਪ ਨਈਅਰ ਜੀ ਜਾਂਦੇ ਆਗਾਹ ਕਰ ਗਏ ਨੇ ਕਿ ਇਹ ਲੜਨ ਲਈ ਤਿਆਰ ਰਹੋ? SP ਸਿੰਘ ਜੀ, ਜਿਸ ਤਰ੍ਹਾਂ ਸੁਮੇਲ ਸਿੰਘ ਹੋਰਾਂ ਨੇ ਕਿਹਾ 1975 ਦੀ ਐਮਰਜੈਂਸੀ ਤੋਂ ਬਾਅਦ ਕੁਲਦੀਪ ਨਈਅਰ ਇੱਕ ਵੱਖਰੇ ਰੂਪ 'ਚ ਪੇਸ਼ ਆਉਂਦੇ ਆ। ਜਿਹੜੀਆਂ ਸਾਡੀ ਆਜ਼ਾਦੀ ਦੀਆਂ ਕਦਰਾਂ ਕੀਮਤਾਂ ਸੀਗੀਆਂ, ਖਾਸ ਕਰਕੇ ਜਿਹੜਾ ਆਜ਼ਾਦੀ ਦੇ ਤੋਂ ਬਾਅਦ ਜਿਹੜਾ ਅਸੀਂ ਸੰਵਿਧਾਨ ਅਖਤਿਆਰ ਕੀਤਾ, ਬਹੁਤ ਸਾਰੀਆਂ ਕਮੀਆਂ ਕਮਜ਼ੋਰੀਆਂ ਹੋ ਸਕਦੀਆਂ, ਪਰ 2-3 ਚੀਜ਼ਾਂ ਉਸ ਸੰਵਿਧਾਨ ਦੀਆਂ ਬੜੀਆਂ ਅਹਿਮ ਹੈ। ਇੱਕ ਤਾਂ ਜਮਹੂਰੀਅਤ, ਇੱਕ ਜਿਹੜਾ ਭਾਵੇਂ ਕਮਜ਼ੋਰੀ ਆ ਸੰਘਵਾਦ, ਭਾਵੇਂ ਕਮਜ਼ੋਰ ਜਿਹਾ ਹੀ ਹੈ, ਇਸ ਤੋਂ ਇਲਾਵਾ ਧਰਮ ਨਿਰਪੱਖਤਾ। ਧਰਮ ਨਿਰਪੱਖਤਾ ਸਾਡੇ 'ਚ ਉਹ ਨਹੀਂ ਕਿ ਸਾਰਾ ਧਰਮਾਂ ਨੂੰ ਅਸੀਂ ਜਿਹੜੇ ਆ ਉਹ ਨਾਸਤਿਕਤਾ ਤੇ ਆਧਾਰਿਤ ਹੈ। ਧਰਮ ਨਿਰਪੱਖਤਾ ਦਾ ਸੰਕਲਪ, ਧਰਮ ਨਿਰਪੱਖਤਾ ਦਾ ਭਾਰਤੀ ਸੰਕਲਪ ਇਹ ਆ ਕਿ ਸਾਰੇ ਧਰਮਾਂ ਪ੍ਰਤੀ ਸਹਿਣਸ਼ੀਲਤਾ, ਆਪਸ ਵਿੱਚ ਵੀ ਲੋਕਾਂ 'ਚ ਸਹਿਣਸ਼ੀਲਤਾ ਹੋਵੇ, ਤੇ ਜਿਹੜੀ ਧਾਰਮਿਕ ਸਹਿਣਸ਼ੀਲਤਾ ਧਰਮ ਨਿਰਪੱਖਤਾ ਦੀ ਗੱਲ ਇਹ ਹੈਗੀ ਹੈ। ਇਹਨਾਂ 3-4 ਚੀਜ਼ਾਂ ਨੂੰ ਲੈ ਕੇ 1975 ਤੋਂ ਬਾਅਦ ਉਹਨਾਂ ਨੇ ਲਗਾਤਾਰ ਲਿਖਿਆ, ਔਰ ਜਿਹੜਾ ਉਹਨਾਂ ਦਾ ਆਖਰੀ ਜਿਹੜਾ ਆਰਟੀਕਲ ਹੈ ਉਹਦੇ ਵਿੱਚ ਵੀ ਜਿਹੜੇ ਦੇਸ਼ ਦੇ ਸਾਹਮਣੇ ਇਸ ਤਰ੍ਹਾਂ ਦੇ ਖਤਰੇ ਪੈਦਾ ਹੋ ਰਹੇ ਆ, ਜਿਹੜਾ ਹਿੰਦੂਤਵ ਆ ਰਿਹਾ, ਜਿਹਨੂੰ ਉਹ ਆਮ ਤੌਰ ਤੇ ਨਰਮ ਹਿੰਦੂਤਵ ਕਹਿੰਦੇ ਸੀਗੇ ਕਿ ਉਹ ਲਗਭਗ ਆ ਗਿਆ ਹੈ, ਔਰ ਇਹਦੇ ਨਾਲ ਕਿਸ ਤਰ੍ਹਾਂ ਦੇ ਖਤਰੇ ਖੜੇ ਹੋ ਸਕਦੇ ਆ, ਦੇਸ਼ ਇੱਕ ਹੋਰ ਵੰਡ ਵੱਲ ਧੱਕਿਆ ਜਾ ਸਕਦਾ, ਦੇਸ਼ ਦੇ ਅੰਦਰ ਘੱਟ ਗਿਣਤੀਆਂ ਜਿਹੜੀਆਂ ਕਿਸ ਤਰ੍ਹਾਂ ਅਲੱਗ ਥਲੱਗ ਹੋ ਰਹੀਆਂ, ਘੱਟ ਗਿਣਤੀਆਂ ਤੇ ਹਮਲੇ ਕਿਸ ਤਰ੍ਹਾਂ ਹੋ ਰਹੇ ਆ, ਔਰ ਦੇਸ਼ ਕਿੱਧਰ ਨੂੰ ਜਾ ਸਕਦਾ, ਇਹਦੇ ਨਾਲ ਦੇਸ਼ ਦੇ ਉੱਪਰ ਇੱਕ ਹੋਰ ਵੰਡ ਦਾ ਖਤਰਾ ਮੰਡਰਾ ਸਕਦਾ। ਇਹ ਸਾਰੀਆਂ ਚੀਜ਼ਾਂ ਬਾਰੇ ਉਹ ਲਗਾਤਾਰ ਲਿਖਦੇ ਰਹੇ, ਮੈਨੂੰ ਬ੍ਰੇਕ ਲਈ ਰੁਕਣਾ ਪੈ ਰਿਹਾ, ਔਰ ਬੋਲਦੇ ਰਹੇ। ਹਾਂ, ਇਹ ਇੰਟਰਸਟਿੰਗ ਹੈ ਕਿ ਤੁਸੀਂ ਕਿਹਾ ਲਿਖਦੇ ਰਹੇ ਆ, ਬੋਲਦੇ ਰਹੇ ਆ, ਤੇ ਮੈਂ ਉਹਨਾਂ ਨੂੰ ਵੇਖਿਆ ਹੈ ਬਈ ਤੁਹਾਡੇ ਨਾਲ ਜਾ ਕੇ ਜਿਸ ਬਾਰਡਰ ਤੇ ਲੋਕ ਕਹਿੰਦੇ ਨੇ ਵੀ ਇੰਨੇ ਸਿਰ ਵੱਡੇ ਨੇ ਤੇ ਉਹਦੇ ਬਦਲੇ ਇੰਨੇ ਸਿਰ ਵੱਢ ਕੇ ਲਿਆਓ, ਉਸ ਬਾਰਡਰ ਦੇ ਵਿੱਚ ਉਹ ਸੀਨਾ ਤਾਣ ਕੇ ਉੱਥੇ ਜਾ ਕੇ ਮੋਮਬੱਤੀਆਂ ਜਗਾਉਂਦੇ ਰਹੇ ਆ ਕਿ ਅਸੀਂ ਤੇ ਜੀ ਆਇਆਂ ਨੂੰ ਕਹਿਣਾ ਤੇ ਇਸ ਕੰਡਿਆਲੀ ਤਾਰ ਨੂੰ ਫੁੱਲ ਬਣਾਉਣਾ ਹੈ। ਇਸ ਹੱਦ ਤੱਕ ਉਹ ਲੜਦੇ ਰਹੇ ਆ। ਕੁਲਦੀਪ ਨਈਅਰ ਦੀ ਲੜਾਈ ਬਾਰੇ, ਜਿਹੜੀ ਦਰਅਸਲ ਅਸੀਂ ਵਿਰਾਸਤ ਤੇ ਫਿਰ ਸਾਨੂੰ ਮਿਲੀ ਆ, ਉਹ ਲੜਨੀ ਤੇ ਫਿਰ ਅਸੀਂ ਹੈ, ਰਿਕਰੂਟ ਉਹ ਸਾਨੂੰ ਕਰ ਗਏ ਨੇ ਇਸ ਲੜਾਈ ਦੇ ਵਿੱਚ। ਇਸ ਕਰਕੇ ਬਿਲਕੁਲ ਇਸ ਕਰਕੇ ਇਸ ਗੱਲਬਾਤ ਨੂੰ ਜਾਰੀ ਰੱਖਾਂਗੇ ਉਹਨਾਂ ਦੀ ਯਾਦ ਵਿੱਚ ਤੇ ਆਪਣੀ ਜ਼ਿੰਮੇਵਾਰੀ ਸਮਝ ਕੇ। ਟਾਕਿੰਗ ਅਬਾਊਟ ਕੁਲਦੀਪ ਨਈਅਰ ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ। ਚਰਚਾ ਕਰ ਰਹੇ ਹਾਂ ਕੁਲਦੀਪ ਨਈਅਰ ਬਾਰੇ, ਉਸ ਦੇਸ਼ ਬਾਰੇ ਜਿਹਨੂੰ ਬਣਾਉਣ ਲਈ ਕੁਲਦੀਪ ਨਈਅਰ ਲੜਦੇ ਰਹੇ ਤਾ ਉਮਰ, ਤੇ
ਉਹਨਾਂ ਹਾਲਾਤਾਂ ਬਾਰੇ ਜਿਨ੍ਹਾਂ ਬਾਰੇ ਉਹ ਸਾਨੂੰ ਆਗਾਹ ਕਰਦੇ ਚਲੇ ਗਏ ਆਖਰੀ ਸਾਵਾਂ ਤੱਕ। ਸਾਡੇ ਨਾਲ ਚਰਚਾ ਵਿੱਚ ਸ਼ਾਮਲ ਨੇ ਸਤਨਾਮ ਮਾਨਿਕ ਜੀ, ਕਿਸੇ ਤਾਰੁਫ ਦੇ ਮੁਹਤਾਜ ਨਹੀਂ, ਤੇ ਸੁਮੇਲ ਸਿੱਧੂ ਜੀ, ਹਿਸਟੋਰੀਅਨ। ਸਤਨਾਮ ਮਾਨਿਕ ਜੀ, ਯੰਗ ਹੁੰਦਾ ਸੀ ਮੈਂ ਤੇ ਪੱਤਰਕਾਰਤਾ ਦਾ ਵਿਦਿਆਰਥੀ ਸੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ, ਤੇ ਕੁਲਦੀਪ ਨਈਅਰ ਹੋਰਾਂ ਦਾ ਲੈਕਚਰ ਕਰਵਾਉਣਾ ਸੀ, ਤੇ ਅੰਗਰੇਜ਼ੀ ਡਿਪਾਰਟਮੈਂਟ ਦੇ ਜਰਨਲਿਜ਼ਮ ਡਿਪਾਰਟਮੈਂਟ ਦੇ ਹੈੱਡ ਹੁੰਦੇ ਸਨ ਡਾਕਟਰ ਅਮਰਜੀਤ ਸਿੰਘ ਹੇਅਰ। ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਦਿੱਲੀ ਤੋਂ ਐਸਕॉर्ट ਕਰਕੇ ਲਿਆਣਾ ਕੁਲਦੀਪ ਨਈਅਰ ਹੋਰਾਂ ਨੂੰ। 6 ਘੰਟੇ ਦੀ ਜਰਨੀ, ਸ਼ਾਨੇ ਪੰਜਾਬ। ਤੇ ਮੈਨੂੰ ਪਤਾ ਵੀ ਨਈਅਰ ਸਾਹਿਬ ਮੇਰੇ ਤੋਂ ਬੜੇ ਨਾਰਾਜ਼ ਸੀ, ਕਿਉਂਕਿ 6 ਘੰਟੇ ਮੈਂ ਉਹਨਾਂ ਨੂੰ ਸੌਣ ਨਹੀਂ ਦਿੱਤਾ, ਲਗਾਤਾਰ ਗੱਲਾਂ ਕਰਦਾ ਰਿਹਾ। ਤੇ ਬੜੀ ਵਾਰੀ ਮੈਨੂੰ ਖੁਸ਼ੀ ਹੁੰਦੀ ਹੈ ਵੀ ਮੈਂ ਇੱਕ ਕੰਮ ਚੰਗਾ ਕੀਤਾ ਜਿਹੜਾ ਉਹਨਾਂ ਨੂੰ ਸੌਣ ਨਹੀਂ ਦਿੱਤਾ ਤੇ 6 ਘੰਟੇ ਆਨੰਦ ਮਾਣਿਆ। ਉਸ ਤਰ੍ਹਾਂ ਉਹਨਾਂ ਨੇ ਮੈਨੂੰ ਗੱਲ ਸੁਣਾਈ। ਮੈਂ ਉਹਨਾਂ ਨੂੰ ਪੁੱਛਿਆ ਕਿ ਐਮਰਜੈਂਸੀ ਵਿੱਚ ਕਿਉਂ ਅਰੈਸਟ ਕੀਤਾ ਤੁਸੀਂ, ਅਜਿਹਾ ਕੀ ਕੀਤਾ ਸੀ? ਧਰਨਾ ਲਾਇਆ ਸੀ, ਕੁਛ ਰੈਲੀ ਕੀਤੀ ਸੀ? ਉਹ ਕਹਿੰਦੇ ਕੁਛ ਨਹੀਂ, ਐਮਰਜੈਂਸੀ ਲੱਗੀ ਸੀ। ਕੁਝ ਹੀ ਦਿਨ ਹੋਏ ਸਨ, ਅਸੀਂ ਇੱਕ ਬੈਠਕ ਸੱਦ ਲਈ ਪੱਤਰਕਾਰਾਂ ਦੀ ਵੀ ਆਪਾਂ ਪ੍ਰੋਟੈਸਟ ਕਰਨਾ। ਐਡੀਟਰਸ ਗਿਲਡ ਦੀ ਕੁਝ ਪੱਤਰਕਾਰ ਸਨ, ਉਹਦੇ ਚ ਹਿੰਦੁਸਤਾਨ ਟਾਈਮਸ ਦੇ ਤੇ ਜ਼ਿਆਦਾਤਰ ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਸਨ, ਤੇ ਪਟੀਸ਼ਨ ਇੱਕ ਸਾਈਨ ਕੀਤੀ ਗਈ ਤੇ ਫਿਰ ਐਡੀਟਰਸ ਗਿਲਡ ਦੀ ਮੀਟਿੰਗ ਬੁਲਾਈ ਸੀ। ਪਟੀਸ਼ਨ ਕਹਿੰਦੇ ਸਾਈਨ ਕੀਤੀ, 100 ਪੱਤਰਕਾਰਾਂ ਨੇ ਸਾਈਨ ਕਰ ਦਿੱਤੀ, ਤੇ ਸਿਗਨੇਚਰ ਵਾਲਾ ਪੇਜ ਅਸੀਂ ਆਪਣੇ ਕੋਲ ਰੱਖ ਲਿਆ, ਤੇ ਪਟੀਸ਼ਨ ਵਿੱਚ ਲਿਖ ਦਿੱਤਾ ਕਿ ਮੈਂ ਸਾਈਨ ਕਰ ਰਿਹਾ ਤੇ ਨਾਲ ਮੇਰੇ 100 ਸੀਨੀਅਰ ਪੱਤਰਕਾਰ ਨੇ, ਤੇ ਇਹ ਪਟੀਸ਼ਨ ਜਿਹੜੀ ਅਸੀਂ ਸਬਮਿਟ ਕਰ ਦਿੱਤੀ। ਤੇ VC ਸ਼ੁਕਲਾ ਉਸ ਵੇਲੇ ਇੰਦਰਾ ਗਾਂਧੀ ਨੇ ਲਾਏ ਹੋਏ ਸਨ, ਥਾਪੇ ਹੋਏ ਉਹਨਾਂ ਦੇ, ਸਾਡੇ ਤੇ ਡੰਡਾ ਚਾੜਨ ਲਈ ਮੰਤਰੀ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰ। ਉਹਨਾਂ ਨੇ ਆਖਿਆ ਉਹ ਲਿਸਟ ਦੇ ਦੇ ਜਿਹੜੇ ਪੱਤਰਕਾਰਾਂ ਦੇ ਨਾਮ ਨੇ। ਕਹਿੰਦੇ ਮੈਂ ਲਿਸਟ ਨਹੀਂ ਦਿੱਤੀ, ਫਿਰ ਉਹਨਾਂ ਮੀਸਾ ਵਿੱਚ ਤਿਹਾੜ ਭੇਜ ਦਿੱਤਾ। ਸੋ ਦਿਸ ਇਜ਼ ਵਾਟ ਆਈ ਵਾਸ ਆਸਕਿੰਗ ਕਿ ਕੁਲਦੀਪ ਨਈਅਰ ਲਿਖਦੇ ਸਨ, ਸਟੈਂਡ ਲੈਂਦੇ ਸਨ, ਫਿਰ ਐਕਟਿਵਿਜ਼ਮ ਦੇ ਰੂਪ ਵਿੱਚ ਆ ਜਾਂਦੇ ਸਨ, ਫਿਰ ਵਾਪਸ ਲਿਖਣ ਚਲੇ ਜਾਂਦੇ ਸਨ, ਫਿਰ ਐਕਟਿਵਿਸਟ ਹੋ ਜਾਂਦੇ ਸਨ। ਉਸੇ ਸੰਦਰਭ ਵਿੱਚ ਮੈਂ ਪੁੱਛ ਰਿਹਾ ਸੀ ਕਿ ਜਦੋਂ ਉਹ ਮੋਮਬੱਤੀਆਂ ਜਗਾਉਣ ਦਾ ਫੈਸਲਾ ਲਿਆ ਕਿ ਇੱਥੇ ਵਾਘੇ ਦੀ ਸਰਹੱਦ ਤੇ ਅਟਾਰੀ ਬਾਰਡਰ ਤੇ ਜਾ ਕੇ ਮੋਮਬੱਤੀਆਂ ਜਲਾਉਣਗੇ, ਉਸ ਵੇਲੇ ਕੋਈ ਅਜਿਹਾ ਸੋਚਦਾ ਵੀ ਨਹੀਂ ਸੀਗਾ। ਬੱਚਿਆਂ ਨੂੰ ਸਿਖਾ ਦਿੱਤਾ ਗਿਆ ਸੀ ਛੋਟੀ ਉਮਰ ਦੇ ਵਿੱਚ ਹੀ ਕਿ ਪਾਕਿਸਤਾਨ ਸਾਡਾ ਦੁਸ਼ਮਣ ਮੁਲਕ ਹੈ। ਹੁਣ ਵੀ ਅਸੀਂ ਉਸੇ ਪਾਕਿਸਤਾਨ ਨਾਲ ਡੀਲ ਕਰਦੇ ਹਾਂ। ਸਾਨੂੰ ਪਤਾ ਪਾਕਿਸਤਾਨ ਕਿਹੜਾ ਕੰਟਰੀ ਹੈ। ਪਾਕਿਸਤਾਨ ਸਾਡੇ ਨਾਲ ਇੱਕ ਅਜਿਹਾ ਕੰਟਰੀ ਹੈ ਜਿੱਥੇ ਸਾਨੂੰ ਮਾਰਨ ਲਈ ਦਹਿਸ਼ਤਵਾਦ ਤਿਆਰ ਕੀਤੇ ਜਾਂਦੇ ਨੇ, ਉੱਥੇ ਦਹਿਸ਼ਤਵਾਦੀਆਂ ਦੀਆਂ ਫੈਕਟਰੀਆਂ ਲੱਗੀਆਂ ਹੋਈਆਂ ਨੇ, ਤੇ ਸਾਡੇ ਲਈ ਤਾਂ ਇਹੀ ਪਾਕਿਸਤਾਨ ਹੈ। ਇਹੀ ਪਾਕਿਸਤਾਨ ਅਸੀਂ ਆਪਣੇ ਦਿਮਾਗੇ ਚੁੱਕੀ ਫਿਰਦੇ ਹਾਂ। ਕੁਲਦੀਪ ਨਈਅਰ ਵਿੱਚ ਅਜਿਹਾ ਕੀ ਸੀ ਕਿ ਉਹਨਾਂ ਨੇ ਨੈਰੇਟਿਵ ਬਦਲ ਦਿੱਤਾ? ਤੇ ਮੈਨੂੰ ਉਹ ਘਟਨਾ ਦਾ ਜ਼ਰਾ ਜ਼ਿਕਰ ਸੁਣਾਓ। ਵਾਘਾ ਸਰਹੱਦ ਦੇ ਉੱਤੇ ਤੁਸੀਂ ਕਿਸ ਕਿਸਮ ਨਾਲ ਭੀੜ ਇਕੱਠੀ ਕਰ ਲਈ? ਤੁਸੀਂ ਵੀ ਉੱਥੇ ਮੌਜੂਦ ਸੀ, ਕੁਲਦੀਪ ਨਈਅਰ ਵੀ ਸਨ, ਮੋਮਬੱਤੀਆਂ ਵੀ ਸਨ, ਫੌਜ ਵੀ ਸੀ। ਜਿਹੜੀ ਉਹਨਾਂ ਦੇ ਦਿਮਾਗ 'ਚ ਗੱਲ ਕਿਵੇਂ ਆਈ ਉਹਦੇ 'ਚ ਆ, ਉਹ ਕਹਿੰਦੇ ਵੀ ਜਦੋਂ ਪਾਕਿਸਤਾਨ ਬਣ ਗਿਆ, ਦੇਸ਼ ਦੀ ਵੰਡ ਹੋ ਗਈ, ਉਦੋਂ ਤੱਕ ਉਹਨਾਂ ਨੇ LLB ਕਰ ਲਈ ਸੀ। ਉਹ ਇੱਕ ਫੌਜ ਦੀ ਜਿਹੜੀ ਜੀਪ 'ਚ ਜਿਹੜੀ 'ਚ ਬੈਠ ਕੇ ਉਹ ਬਾਘਾ ਬਾਰਡਰ ਤੱਕ ਪਹੁੰਚ ਗਏ। ਬਾਘਾ ਬਾਰਡਰ ਤੱਕ ਪਹੁੰਚ ਗਏ ਤੇ ਉਹਨਾਂ ਨੇ ਲਿਖਿਆ ਵੀ ਕਈ ਥਾਵਾਂ ਤੇ ਉਹ ਦੇਖਦੇ ਆ ਕਿ ਇੱਕ ਪਾਸੇ ਤੋਂ ਲੋਕ ਲੁੱਟੇ ਪੁੱਟੇ, ਜਿਹੜੇ ਭੁੱਖੇ ਬੱਚੇ ਵਿਲਕਦੇ, ਜਿਹੜੇ ਪਾਕਿਸਤਾਨ ਵਾਲੀ ਸਾਈਡ ਨੂੰ ਜਾ ਰਹੇ, ਜ਼ਮੀਨਾਂ ਛੱਡ ਆਏ, ਉਧਰ ਨੂੰ ਜਾ ਰਿਹਾ, ਗੱਡੀਆਂ ਤੇ ਬੁਰਾ ਹਾਲ ਹੈ ਲੋਕਾਂ ਦਾ, ਉਧਰ ਨੂੰ ਜਾ ਰਿਹਾ। ਇੱਕ ਜਿਹੜੇ ਆ ਉਧਰੋਂ ਇੱਧਰ ਨੂੰ ਆ ਰਹੇ ਨੇ, ਤੇ ਦੋਨੇ ਲੁੱਟੇ ਪੁੱਟੇ ਆ। ਤੇ ਉੱਥੇ ਗੱਬੇ ਬਾਰਡਰ ਤੇ ਇੱਕ ਥਾਂ ਤੇ ਖੜ ਕੇ ਨਈਅਰ ਕਦੇ ਉੱਧਰ ਨੂੰ ਦੇਖਦੇ, ਕਦੇ ਉੱਧਰ ਨੂੰ ਦੇਖਦੇ। ਉਹ ਕਹਿੰਦੇ ਮੈਂ ਉਸ ਦਿਨ ਫੈਸਲਾ ਕੀਤਾ ਸੀ, ਪੰਜਾਬ ਪਾਟਿਆ ਪਿਆ। ਉਹਨਾਂ ਨੇ ਕਿਹਾ ਕਿ ਇਹ ਵੀ ਲੋਕ ਸਾਡੇ ਆ, ਉਹ ਵੀ ਲੋਕ ਸਾਡੇ ਆ। ਤੇ ਉਸ ਦਿਨ ਮੈਂ ਇਹ ਫੈਸਲਾ ਕੀਤਾ ਸੀ ਕਿ ਇਹਨਾਂ ਲੋਕਾਂ ਲਈ ਜਿਨ੍ਹਾਂ ਨਾਲ ਸਭ ਤੋਂ ਵੱਡੀ ਦੇਸ਼ ਦੀ ਵੰਡ ਨੇ ਜ਼ਿਆਦਤੀ ਕੀਤੀ ਹੈ, ਇਹਨਾਂ ਲੋਕਾਂ ਲਈ ਮੈਂ ਕਿਸੇ ਨਾ ਕਿਸੇ ਦਿਨ ਆਵਾਜ਼ ਬੁਲੰਦ ਕਰਨੀ। ਤੇ ਉਹਨਾਂ ਦੇ ਮਨ 'ਚ ਕਿਤੇ ਗੱਲ ਪਈ ਸੀ, ਇਹ 1996 'ਚ ਪਤਾ ਨਹੀਂ ਉਹਨਾਂ ਦੇ ਮਨ 'ਚ ਕਿਸ ਤਰ੍ਹਾਂ ਸੋਚ ਆ ਗਈ ਕਿ ਆਪਾਂ ਭਾਰਤ ਤੇ ਪਾਕਿਸਤਾਨ ਦੇ ਲੋਕਾਂ ਨੂੰ ਅਮਨ ਦਾ ਪੈਗਾਮ ਦੇਣ ਲਈ, ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਮਨ ਦਾ ਪੈਗਾਮ ਦੇਣ ਲਈ, ਇਹ ਬਾਰਡਰਾਂ ਤੇ ਜਿਹੜੀ ਮਰਮਰਾਈ ਹੋ ਰਹੀ ਹੈ ਇਹਨੂੰ ਰੋਕਣ ਲਈ ਕੁਛ ਜਿਹੜਾ ਸੰਕੇਤਕ ਤੌਰ ਤੇ ਅਸੀਂ ਕੋਈ ਪਹਿਲ ਕਦਮੀ ਕਰੀਏ, ਸਰਹੱਦ ਤੇ ਜਾ ਕੇ ਹਰ ਸਾਲ ਮੋਮਬੱਤੀ ਜਗਾਇਆ ਕਰੀਏ। ਔਰ 1996 'ਚ ਉਹਨਾਂ ਨੇ ਨਿਖਲ ਚੱਕਰਵਰਤੀ ਨੂੰ ਲੈ ਕੇ, ਵਿਨੋਦ ਮਹਿਤਾ ਨੂੰ ਲੈ ਕੇ, ਜਿਹੜਾ ਰਜਿੰਦਰ ਸੱਚਰ ਨੂੰ ਲੈ ਕੇ, ਕੁਝ ਸਾਈਦਾ ਹਮੀਦ, ਕੁਛ ਇਸ ਤਰ੍ਹਾਂ ਦੇ ਹੋਰ ਲੋਕਾਂ ਨੂੰ ਨਾਲ ਲੈ ਕੇ, ਤੇ ਇੱਕ ਸਹਿਮਤ ਗਰੁੱਪ ਸੀ ਦਿੱਲੀ ਦਾ ਸੱਭਿਆਚਾਰਕ, ਉਹਨੂੰ ਨਾਲ ਲੈ ਕੇ ਉਹਨਾਂ ਨੇ ਪਹਿਲੀ ਵਾਰ 1996 'ਚ ਇਹ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ। ਫਿਰ ਚੱਲਿਆ ਅਗਲੇ ਸਾਲ ਵੀ। ਉਹ ਤੋਂ ਬਾਅਦ ਫਿਰ ਇਹ ਲਗਾਤਾਰ ਇਹ ਸ਼ੁਰੂ ਹੋ ਗਿਆ, ਭਾਵੇਂ ਫਿਰ ਸਰਹੱਦ ਤੇ ਬਾਰਡਰ ਰਹੇ, ਸਰਹੱਦ ਤੇ ਫੌਜ ਰਹੀ, ਚਾਹੇ ਵੱਡੀ ਤੋਂ ਵੱਡੀ ਘਟਨਾ ਰਹੀ, ਹੁੰਦੀਆਂ ਰਹੀਆਂ, ਪਰ ਇਹ ਪ੍ਰੋਗਰਾਮ ਚੱਲਦਾ ਰਿਹਾ। ਪਰ ਇੰਨਾ ਜੋਸ਼ੋ ਖਰੋਸ਼ ਸੀ ਅਗਲੇ ਸਾਲ ਕਿ
ਭੀੜਾਂ ਉੱਥੇ ਸੀ ਤੇ ਤੁਸੀਂ ਬਾਰਡਰ ਵਾਲਾ ਗੇਟ ਤੋੜ ਦਿੱਤਾ। ਮੈਨੂੰ ਵੈਸੇ ਦੇਖੋ ਉਸ ਵੇਲੇ ਤਾਂ ਲਾਠੀ ਚਾਰਜ ਵਗੈਰਾ ਹੋਇਆ, ਬਾਰਡਰ ਦਾ ਗੇਟ ਤੋੜਿਆ। ਐਸਪੀ ਸਿੰਘ ਜੀ ਮੈਂ ਚਾਹੂੰਗਾ ਮੈਨੂੰ ਤੇ ਖੁਸ਼ੀ ਬੜੀ ਹੈ ਵੀ ਉਹ ਗੇਟ ਟੁੱਟਿਆ ਇੱਕ ਵਾਰੀ। ਐਸਪੀ ਸਿੰਘ ਜੀ ਮੈਂ ਚਾਹੂੰਗਾ ਕਿ ਸਮੇਲ ਸਿੰਘ ਉਹਨੇ ਵੀ ਇਹਦੇ ਵਿੱਚ ਸੀਗੇ, ਇਹ ਕਹਾਣੀ ਕਿੱਦਾਂ ਹੋਈ ਇਹ ਥੋੜਾ ਜਿਹਾ ਇਹਦੇ ਬਾਰੇ ਦੱਸੋ। ਅਸੀਂ ਇਹ ਤੇ ਇਹ ਲਾਠੀ ਚਾਰਜ ਦਾ ਤੁਸੀਂ ਗਵਾਹ ਹੋ? ਮੇਰੇ ਤੇ ਹੋਇਆ ਹੈ ਜੀ। ਅੱਛਾ ਓਕੇ ਗੁੱਡ। ਅੱਛਾ ਚਲੋ ਤੇ ਮੇਰੇ ਤੇ ਨਹੀਂ ਹੋਇਆ, ਹਜ਼ਾਰਾਂ ਬੰਦਿਆਂ ਤੇ ਹੀ ਹੋ ਰਿਹਾ ਸੀ। ਉਸ ਰਾਤ ਦਾ ਸਮਾਂ ਦੱਸਣਾ ਵੀ ਚਾਹੀਦਾ, ਮੈਨੂੰ ਲੱਗਦਾ ਉਹ ਇੱਕ ਇਤਿਹਾਸਕ ਲਮਹਾ ਸੀ। ਉਹ ਇਹ ਤੇ ਅੱਗੇ ਆਪਣੀਆਂ ਕਾਰਾਂ 'ਚ ਸਨ, ਇਹਨਾਂ ਨੂੰ ਤੇ ਇਹਨਾਂ ਦੇ ਪਾਸਸ ਵਗੈਰਾ ਮਿਲੇ ਹੋਏ ਸਨ, ਭੀੜ ਬਹੁਤ ਸੀ ਇਹਨਾਂ ਦੀਆਂ। ਬਿਲਕੁਲ ਠੀਕ ਕਹਿ ਰਹੇ ਨੇ ਕਿ ਇਹਨਾਂ ਦੀਆਂ ਆਸਾਂ ਤੋਂ ਵੱਧ ਗਿਆ। ਉਹ ਨੇੜੇ ਦੇ ਪਿੰਡਾਂ ਵਾਲੇ ਲੋਕ ਉਲਰ ਕੇ ਆ ਗਏ ਜਿਹੜੇ ਇਹਨਾਂ ਦੀ ਕੈਲਕੂਲੇਸ਼ਨ 'ਚ ਨਹੀਂ ਸਨ। BSF ਦਾ ਗੇਟ ਇਉਂ ਖੁੱਲਦਾ ਸੀ, ਇੰਨਾ ਚੌੜਾ, ਇੰਨੀ ਗੱਡੀ ਜਾ ਰਹੀ ਹੈ, ਜਿੰਨੀਆਂ ਥਾਵਾਂ ਬਾਕੀ ਨੇ ਅਸੀਂ ਧੁੱਸ ਦੇ ਕੇ ਜਾ ਰਹੇ ਹਾਂ। ਉਧਰੋਂ ਫਿਰ ਗੇਟ ਬੰਦ ਹੋ ਰਿਹਾ, ਅਸੀਂ ਬੰਦ ਨਹੀਂ ਹੋਣ ਦੇ ਰਹੇ, ਉਹ ਬੰਦ ਕਰ ਰਹੇ ਨੇ। ਉਸ ਚੱਕਰ 'ਚ ਸਾਡੇ ਉੱਥੇ ਮਤਲਬ ਕੁੱਟਮਾਰ ਹੋ ਰਹੀ ਹੈ, ਰੱਸੇ ਲੱਗੇ ਹੋਏ ਨੇ, ਅਸੀਂ ਪਿਛਾਂ ਜਾ ਕੇ ਡਿੱਗ ਪੈ ਰਹੇ ਹਾਂ। ਫਿਰ ਅਗਲੀ ਗੱਡੀ ਦੀ ਉਡੀਕ ਕਰ ਰਹੇ ਹਾਂ ਕਿ ਹੁਣ ਇੰਨਾ ਕੁ ਗੇਟ ਖੁੱਲੇਗਾ, ਫਿਰ ਅੱਗੇ ਚੱਲ ਪਾਂਗੇ। ਕਈ ਰਾਉਂਡ ਉਸ ਦਿਨ ਲਾਠੀ ਚਾਰਜ ਹੁੰਦਾ ਰਿਹਾ, ਕਈ ਰਾਉਂਡ ਉੱਥੇ ਲੋਕ ਉਡੀਕਦੇ ਰਹੇ, ਮੁੜ ਕੇ ਕੋਈ ਜਾਣ ਨੂੰ ਤਿਆਰ ਨਹੀਂ ਸੀ। ਉਸ ਦਿਨ ਕੁਝ ਇਉਂ ਲੱਗ ਰਿਹਾ ਸੀ ਕਿ ਉਧਰੋਂ ਪਾਕਿਸਤਾਨੀਆਂ ਨੇ ਆ ਜਾਣਾ ਬਾਰਡਰ ਤੇ, ਇਧਰੋਂ ਅਸੀਂ ਹੋਵਾਂਗੇ। ਅੱਜ ਇੱਥੇ ਕੁਝ ਹੋਏਗਾ, ਮਤਲਬ ਉਹਦਾ ਇੱਕ ਮਾਹੌਲ ਜਿਹਾ ਉੱਥੇ ਬਣ ਰਿਹਾ ਸੀ। ਫਿਰ ਅਖੀਰ ਦੇ ਵਿੱਚ ਅਸੀਂ ਕੀ ਦੇਖਿਆ ਬਈ ਬੰਦੇ ਕਹਿੰਦੇ ਯਾਰ ਹੁਣ ਇੰਨੀ ਵਾਰੀ ਕੁੱਟ ਹੋ ਗਈ ਪੈ ਗਈ ਆਪਣੇ, ਹੁਣ ਆਪਾਂ ਆਖਰੀ ਵਾਰੀ ਖਾਣੀ ਆ ਤੇ ਯਾਰ ਕੀ ਚੱਕ ਦਿਓ ਜਿੰਨਾ ਕਿ ਹੈਗਾ, ਕੋਈ ਯਾਰ ਕੀ ਪਿੱਛੇ ਨਹੀਂ ਹਟਣਾ। ਉੱਥੇ ਹੋਇਆ ਉਹ ਗੇਟ ਲਾਂਬੇ ਕਰਤਾ ਥੋੜਾ ਜਿਹਾ, ਫਿਰ BSF ਵਾਲਿਆਂ ਨੂੰ ਵੀ ਲੱਗਿਆ ਕਿ ਜ਼ਿਆਦਾ ਹੋ ਰਿਹਾ ਹੈ, ਉਹਨਾਂ ਦੇ ਵੱਲੋਂ ਜਿਹੜਾ ਸਖਤੀ ਹੋ ਰਹੀ ਸੀ। ਫਿਰ ਉਹ ਮੈਂ ਲੋਕ ਕੋਈ 1 ਕਿਲੋਮੀਟਰ ਦਾ ਵਕਫਾ ਹੈ ਉਸ ਗੇਟ ਤੋਂ ਲੈ ਕੇ, ਉਹ ਵਕਫਾ ਕਹਿੰਦੇ ਆ ਜ਼ੀਰੋ ਲਾਈਨ ਤੱਕ, ਮੇਰਾ ਖਿਆਲ ਇੰਨਾ ਕਿ ਲਗਭਗ ਉੱਥੋਂ ਲੈ ਕੇ ਤੇ ਉਹ ਜ਼ੀਰੋ ਲਾਈਨ ਤੱਕ ਜਿਵੇਂ ਲੋਕ ਵਾਹੋ ਦਾਹੀ ਭੱਜ ਰਹੇ ਸਨ ਉਧਰ ਨੂੰ, ਮੈਂ ਵੀ ਭੱਜਿਆ। ਫਿਰ ਮੈਂ ਉਹਦੇ ਚੋਂ ਬਾਹਰ ਨਿਕਲ ਗਿਆ ਤੇ ਮੈਂ ਵੇਖਣਾ ਸ਼ੁਰੂ ਕਰਤਾ ਉਹ ਲੋਕਾਂ ਦੇ ਐਡੇ ਹਜੂਮ ਨੂੰ ਕਿ ਇੱਕ ਉਧਰ ਨੂੰ ਜਾ ਰਹੇ ਨੇ। ਇੱਕ ਗੱਲ ਦੱਸੋ, ਇਹ ਕੁਲਦੀਪ ਨਈਅਰ ਹਰਾਨ ਨੇ ਜਿਹੜਾ ਜਜ਼ਬਾ ਜਗਾਇਆ ਤੇ ਉਹਦੇ ਕਾਰਨ ਜਿਹੜਾ ਇਹ ਸਿਨੈਰੀਓ ਤੁਸੀਂ ਬਿਆਨ ਕਰ ਰਹੇ ਹੋ, ਜੇ ਮੈਂ ਕਿਸੇ ਈਸਟ ਜਰਮਨੀ ਦੇ ਬੰਦੇ ਨੂੰ ਇੱਥੇ ਬੁਲਾ ਲੈਂਦਾ, ਇੱਕ ਵੈਸਟ ਜਰਮਨੀ ਵਾਲਿਆਂ ਨੂੰ, ਤੇ ਉਹਨਾਂ ਨੇ ਮੈਨੂੰ ਇੰਨੇ ਹੀ ਸ਼ਬਦਾਂ ਵਿੱਚ ਸਾਰਾ ਕੁਝ ਡਿਸਕ੍ਰਾਈਬ ਕਰਨਾ ਸੀ, ਕਿਉਂਕਿ ਇਹੀ ਸਭ ਅਸੀਂ ਉੱਥੇ ਹੁੰਦਾ ਦੇਖਿਆ। ਬਰਲਿਨ ਦੀ ਜਿਹੜੀ ਕੰਧ ਹੈ ਉਹ ਇੰਜ ਹੀ ਟੁੱਟੀ, ਇਵੇਂ ਹੀ ਜਜ਼ਬੇ ਇਹ ਉਭਰੇ, ਇਵੇਂ ਹੀ ਲੋਕ ਪੈ ਗਏ, ਇਵੇਂ ਹੀ ਕੰਧ ਗਿਰ ਗਈ, 2 ਕੰਟਰੀ ਇੱਕ ਹੋ ਗਏ, ਭੀੜਾਂ ਨੇ ਕਰ ਦਿੱਤੇ। 1997 ਵਾਲੀ ਇਸ ਗੈਦਰਿੰਗ ਦੇ ਲਈ ਮੈਂ JNU ਦੇ ਵਿੱਚ ਮੋਬਿਲਾਈਜ਼ ਕਰ ਰਿਹਾ ਸੀ ਤੇ ਮੈਂ ਪੋਸਟਰ ਲਾਏ ਇਸ ਕਿਸਮ ਦੇ ਕਿ ਨਿਗੇਟ ਦ ਪਾਰਟੀਸ਼ਨ ਤੇ ਆ ਕੰਡਿਆਲੀਆਂ ਤਾਰਾਂ ਨੂੰ ਐ ਚੱਕ ਦਿਓ। ਉਦੋਂ ਮਤਲਬ ਮੈਨੂੰ ਵੀ ਐਂਟੀ ਨੈਸ਼ਨਲ ਹੋਣ ਦਾ ਖਿਤਾਬ ਪਹਿਲੀ ਵਾਰੀ ਹੋਈ, ਮਤਲਬ ਉਸੇ ਵੇਲੇ ਇਹਨਾਂ ਦਿਨਾਂ ਦੇ ਦੌਰਾਨ ਹੀ ਮਿਲਿਆ। ਤੁਸੀਂ ਇਹ ਦੱਸ ਰਹੇ ਸੀ ਮਾਨਕ ਸਾਹਿਬ ਕਿ ਉਹ 47 ਵੇਲੇ ਉਸ ਪੰਜਾਬ ਦੇ ਬਾਰਡਰ ਤੇ ਖੜ ਕੇ ਰੋ ਰਹੇ ਸਨ ਤੇ ਕਹਿ ਰਹੇ ਸਨ ਕਿ ਇਹਨਾਂ ਲੋਕਾਂ ਨਾਲ ਜ਼ਿਆਦਤੀ ਹੋਈ ਹੈ। ਇਹ 97 ਵਾਲੀ ਜਦੋਂ ਘਟਨਾ ਹੋਈ ਹੈ ਤਾਂ ਮੈਨੂੰ ਯਾਦ ਆ ਹੰਸਰਾਜ ਹੰਸਰੀ ਉੱਥੇ ਗਾਣਾ ਗਾ ਰਹੇ ਸਨ ਵੀ ਇਹ ਪੰਜਾਬ ਵੀ ਮੇਰਾ ਹੈ ਤੇ ਉਹ ਪੰਜਾਬ ਵੀ ਮੇਰਾ ਹੈ। ਤੇ ਇਹ ਦੋਨਾਂ ਪੰਜਾਬਾਂ ਨੂੰ ਇੱਕ ਕਰਦਾ ਵਿਅਕਤੀ ਨੇ ਜਿਸ ਵੇਲੇ ਆਪਣੇ ਸਾਹਮਣੇ ਸਿਨੈਰੀਓ ਦੇਖਿਆ ਕਿ ਅਸੀਂ ਇੱਕ ਦੁਸ਼ਮਣ ਸਾਜ਼ੀ ਦਾ ਪੂਰਾ ਪ੍ਰੋਜੈਕਟ ਦੇਸ਼ ਦੇ ਵਿੱਚ ਦੇਖ ਰਹੇ ਹਾਂ। ਉਹਨਾਂ ਨੇ ਸੌਫਟ ਹਿੰਦੂਤਵਾ ਦੇ ਨਾਲ ਪਾਕਿਸਤਾਨ ਪ੍ਰਤੀ ਨਫ਼ਰਤ ਵਾਲੇ ਨੈਰੇਟਿਵ ਨੂੰ ਉਹਨਾਂ ਨੇ ਇਕੱਠਿਆਂ ਕਰਕੇ ਦੇਖਿਆ ਕਿ ਇਹ ਜਿਹੜਾ ਹਾਰਡਕੋਰ ਨੈਸ਼ਨਲਿਜ਼ਮ ਹੋ ਰਿਹਾ ਤੇ ਸੌਫਟ ਹਿੰਦੂਤਵਾ ਹੋ ਰਿਹਾ, ਇਹ ਅੰਤ ਨੂੰ ਦੁਸ਼ਮਣ ਹੋਵੇਗਾ। ਐਮਰਜੈਂਸੀ ਦੇ ਖਿਲਾਫ ਲੜਦਾ ਵਿਅਕਤੀ ਜਿੱਤਣ ਤੋਂ ਬਾਅਦ ਵੀ ਇੰਨੇ ਸਾਲਾਂ ਬਾਅਦ ਜਾਂਦਾ ਹੋਇਆ 2015 ਵਿੱਚ ਉਹਨਾਂ ਨੇ ਜਿਹੜਾ ਆਰਟੀਕਲ ਲਿਖਿਆ ਜਿਸ ਵੇਲੇ ਐਮਰਜੈਂਸੀ ਦੇ ਵਰੇ ਮਨਾਏ ਗਏ ਨੇ, ਹਰ ਸਾਲ ਲਿਖਦੇ ਸੀ, ਹਰ ਸਾਲ ਤਾਂ ਲਿਖਦੇ ਸੀ, ਹਰ ਸਾਲ ਜਦੋਂ ਐਮਰਜੈਂਸੀ ਦੀ ਵਰੇਗੰਢ ਸੀ ਅਸੀਂ ਤੁਸੀਂ ਲੋਕ ਕਿਤੇ ਦਿਨ ਭੁੱਲ ਜਾਓਗੇ 2015 ਚ, ਕਿਉਂਕਿ ਨਈਅਰ ਕਦੇ ਨਹੀਂ ਭੁੱਲਦੇ ਸੀ, ਇੱਕ ਆਰਟੀਕਲ ਹਰ ਸਾਲ ਐਮਰਜੈਂਸੀ ਦੇ ਖਿਲਾਫ ਲਿਖਦੇ ਸੀ। ਸੋ 40ਵੀਂ ਬਰਸੀ ਦੇ ਉੱਤੇ ਉਹਨਾਂ ਨੇ ਲਿਖਿਆ ਕਿ ਕੀ ਐਮਰਜੈਂਸੀ ਦੁਬਾਰਾ ਲੱਗ ਸਕਦੀ ਹੈ। ਉਹਨਾਂ ਨੇ ਕਿਹਾ ਮੈਂ ਮਨਾ ਨਹੀਂ ਕਰ ਰਿਹਾ, ਜੋ ਹਾਲਾਤ ਨੇ ਲੱਗ ਸਕਦੀ ਹੈ। ਤੇ ਉਸ ਤੋਂ ਬਾਅਦ ਉਹਨਾਂ ਨੇ ਲਿਖਿਆ ਕਿ ਵੈਸੇ ਜੋ ਹਾਲਾਤ ਬਣ ਗਏ ਨੇ ਲਾਉਣ ਦੀ ਜ਼ਰੂਰਤ ਹੀ ਨਹੀਂ ਰਹਿ ਗਈ ਸਰਕਾਰਾਂ ਨੂੰ। ਇਹੋ ਜਿਹਾ ਮੀਡੀਆ ਤੇ ਇਹੋ ਜਿਹੇ ਚੈਨਲ ਤੇ ਇਹੋ ਜਿਹੀਆਂ ਅਖਬਾਰਾਂ ਤੇ ਇਹੋ ਜਿਹੇ ਪੱਤਰਕਾਰ ਤੇ ਇਹੋ ਜਿਹੇ ਐਂਕਰ ਉਹ ਤੇ ਪਹਿਲੇ ਹੀ ਲਿਖੇ ਪਏ ਨੇ, ਉਹ ਤੇ ਸਰਕਾਰਾਂ ਦੀ ਬੋਲੀ ਬੋਲਦੇ ਪਏ ਨੇ। ਐਮਰਜੈਂਸੀ ਲਾਉਣ ਦੀ ਕੀ ਲੋੜ ਹੈ, ਸੈਂਸਰਸ਼ਿਪ ਦੀ ਜ਼ਰੂਰਤ ਹੀ ਨਹੀਂ ਹੈ। ਸੁਨੀਲ, ਵਾਟ ਵੁੱਡ ਕੁਲਦੀਪ ਨਈਅਰ ਡੂ ਨਾਓ? ਜੇ ਅੱਜ ਕੁਲਦੀਪ ਨਈਅਰ ਹੋਣ 95 ਦੇ ਨਾ ਹੋਣ ਤੇ 25 ਦੇ ਹੋਣ, ਉਹੀ ਜਜ਼ਬੇ ਨਾਲ ਹੋਣਗੇ, ਉਸ ਤੋਂ ਕਈ ਗੁਣਾ ਜ਼ਿਆਦਾ ਜਜ਼ਬੇ ਨਾਲ ਹੋਣਗੇ ਤੇ ਕਿਹੜੀ ਉਹ ਲੜਾਈ ਲੜਦੇ ਹੋਣਗੇ। ਮੈਂ ਉਹਨਾਂ ਦੀ ਫੌਜ 'ਚ ਕਿਉਂਕਿ ਸਿਪਾਹੀ ਭਰਤੀ ਹੋਇਆ ਤੁਸੀਂ ਵੀ ਉਹਦੇ ਵਿੱਚ ਆਪਣੇ ਆਪ ਨੂੰ ਸਮਝਦੇ ਹੋ, ਤੇ ਮੈਨੂੰ ਦੱਸੋ ਜੇ ਮੇਰਾ ਜਰਨੈਲ ਜਵਾਨ ਹੋਵੇ ਤੇ ਅੱਜ ਕਿਹੜੇ ਮਾਹੌਲ ਤੇ ਕਿਵੇਂ ਲੜਦਾ ਹੁੰਦਾ?
ਕੁਲਦੀਪ ਨਈਅਰ ਜੀ ਨੇ ਹਿੰਦੁਸਤਾਨ ਦੀ ਨੈਸ਼ਨਲ ਪਬਲਿਕ ਲਾਈਫ ਦੇ ਸਟੈਂਡਰਡਸ ਨੂੰ ਖੜਾ ਕਰਨ ਦੇ ਵਿੱਚ ਵੱਡਾ ਯੋਗਦਾਨ ਪਾਇਆ। ਪੱਤਰਕਾਰਤਾ ਦਾ ਚਿਹਰਾ ਸਨ ਉਹ। ਹਿੰਦੁਸਤਾਨ ਦੇ ਨੁਮਾਇਆਂ ਪੱਤਰਕਾਰ ਦੇ ਵਜੋਂ ਉਹਨਾਂ ਦਾ ਨਾਂ ਲਿਆ ਜਾਂਦਾ ਸੀ ਔਰ ਉਹਨਾਂ ਨੇ ਪੱਤਰਕਾਰਾਂ ਨੂੰ ਉਹਨਾਂ ਦੀ ਤਾਕਤ ਦਾ ਤੇ ਉਹਨਾਂ ਦੀ ਡਿਗਨਿਟੀ ਦਾ ਕਿ ਮਤਲਬ ਕੀ ਹੁੰਦਾ ਪੱਤਰਕਾਰ ਹੋਣ ਦਾ। ਐਮਰਜੈਂਸੀ ਦੇ ਵੇਲੇ ਇੰਦਰਾ ਗਾਂਧੀ ਯਾਦ ਆਉਂਦੀ ਹੈ ਤੇ ਜਾਂ ਫਿਰ ਕੁਲਦੀਪ ਨਈਅਰ ਯਾਦ ਆਉਂਦਾ। ਇਹ ਹੁੰਦਾ ਹੈ ਕੱਦ, ਮਤਲਬ ਕਿ ਇੱਕ ਸ਼ਖਸ ਦਾ ਕਿ ਉਹਦੇ ਕੋਲ ਕੋਈ ਪਾਵਰ ਨਹੀਂ ਹੈ ਪਰ ਉਹਦੇ ਕੋਲ ਕੁਝ ਬਹੁਤ ਵੱਡਾ ਸੱਚ ਹੈ ਤੇ ਉਹਦੇ ਉਸ ਸੱਚ ਦੇ ਪਿੱਛੇ ਕੀਮਤ ਦੇਣ ਨੂੰ ਤਿਆਰ ਆਦਮੀ ਆ ਉਹ। ਅਸੀਂ ਸੱਚ ਦੇ ਉੱਤੇ ਖੜੇ ਆਂ, ਕਹਿੰਦੇ ਆ ਕਿ ਅਸੀਂ ਵੀ ਸੱਚੇ ਆ ਪਰ ਅਸੀਂ ਕੀਮਤ ਨਹੀਂ ਦੇਣ ਨੂੰ ਤਿਆਰ ਅੱਜ ਦੇ ਦਿਨ ਦੇ ਵਿੱਚ। ਤੇ ਕੁਲਦੀਪ ਨਈਅਰ ਇੱਕ ਬੜੇ ਖਾੜਕੂ ਅੰਦਾਜ਼ ਦੇ ਵਿੱਚ ਕੀਮਤ ਦੇਣ ਤੋਂ ਗੁਰੇਜ਼ ਨਾ ਕਰਨ ਵਾਲੇ ਇੱਕ ਪੰਜਾਬੀ ਨੇ। ਮੈਂ ਇੱਕ ਪੰਜਾਬੀ ਦੇ ਤੌਰ ਦੇ ਉੱਤੇ ਵੀ ਅੱਜ ਉਹਨਾਂ ਨੂੰ ਐਸਪੀ ਸਿੰਘ ਜੀ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ 2000 ਦੇ ਵਿੱਚ ਜਿਹੜੀ ਸਾਊਥ ਏਸ਼ੀਆ ਫ੍ਰੀ ਮੀਡੀਆ ਐਸੋਸੀਏਸ਼ਨ ਬਣੀ ਹੈ 2000 ਦੇ ਵਿੱਚ ਸਾਫਮਾ ਉਹਦੀ ਪਹਿਲੀ ਕਾਨਫਰੰਸ ਸੀਗੀ ਇਸਲਾਮਾਬਾਦ 'ਚ। ਇੱਥੋਂ ਭਾਰਤ ਤੋਂ 60 ਮੈਂਬਰੀ ਡੈਲੀਗੇਸ਼ਨ ਗਿਆ ਸੀ ਤੇ ਉਹਦੇ 'ਚ ਬੜੇ ਸੀਨੀਅਰ ਪੱਤਰਕਾਰ ਸੀਗੇ। ਇਮਤਿਆਜ਼ ਆਲਮ ਵਗੈਰਾ ਸਾਰੇ ਲੋਕ ਤੁਹਾਡੇ ਨਾਲ ਸਨ। ਇਧਰੋਂ ਕੁਲਦੀਪ ਨਈਅਰ ਤੋਂ ਇਲਾਵਾ ਹੋਰ ਬੜੇ ਸੀਨੀਅਰ ਪੱਤਰਕਾਰ ਸੀਗੇ। ਇਹਦੇ ਵਰਖਾ ਦਾ ਸੀ, ਰਾਜਦੀਪ ਦਸਾਈ ਵੀ ਸੀਗੇ। ਸਾਡੇ ਤੇ ਪੰਜਾਬ ਤੋਂ ਤੁਸੀਂ ਗੋਬਿੰਦ ਠੁਕਰਾਲ ਜੀ ਵਗੈਰਾ ਸਾਰੇ ਬੜੇ ਸੀਨੀਅਰ ਪੱਤਰਕਾਰ ਸੀਗੇ। ਉਹ ਜਦੋਂ ਸ਼ਾਮ ਦਾ ਸਮਾਗਮ ਸੀਗਾ ਤੇ ਥੋੜੇ ਕੁਲਦੀਪ ਨਈਅਰ ਉੱਥੇ ਲੇਟ ਆਏ ਹਾਲ ਦੇ ਅੰਦਰ। ਜਦੋਂ ਉਹਨਾਂ ਸਟੇਜ ਤੇ ਕੁਰਸੀ ਉਹਨਾਂ ਨੇ ਨਾਂ ਲਿਖ ਕੇ ਥਾਂ ਰੱਖੀ ਹੋਈ ਸੀ, ਜਦੋਂ ਹਾਲ ਤੇ ਗਏ ਤੇ ਜਨਰਲ ਮੁਸ਼ਰਫ ਤੇ ਉਹਨਾਂ ਦੀ ਪਤਨੀ ਜਿਹੜੀ ਆ ਉਹ ਸਟੇਜ ਤੇ ਬੈਠੇ ਸੀਗੇ। ਜਦੋਂ ਕੁਲਦੀਪ ਨਈਅਰ ਹਾਲ ਦੇ ਅੰਦਰ ਦਾਖਲ ਹੋਏ ਤੇ ਸਾਰੇ ਪੱਤਰਕਾਰ ਭਾਰਤ ਤੇ ਪਾਕਿਸਤਾਨ ਦੇ ਉੱਠ ਕੇ ਖੜੇ ਹੋ ਗਏ ਤੇ ਜਨਰਲ ਮੁਸ਼ਰਫ ਤੇ ਉਹਦੀ ਪਤਨੀ ਜਿਹੜੀ ਆ ਸਟੇਜ ਤੋਂ ਉੱਠ ਕੇ ਖੜੇ ਹੋ ਗਏ ਔਰ ਹੀ ਕਮਾਂਡਡ ਰਿਸਪੈਕਟ। ਹਾਂਜੀ, ਉਹ ਜਿਹੜੀ ਤੁਸੀਂ ਗੱਲ ਕਰਦੇ ਸਮੇਲ ਸਿੰਘ ਹੁਣੀ ਗੱਲ ਕਰਦੇ ਆ ਕਿ ਉਹ ਭਾਵੇਂ ਦੇਸ਼ ਦੀ ਵੰਡ ਹੋ ਗਈ ਸੀ, ਦੇਸ਼ 3 ਟੁਕੜਿਆਂ 'ਚ ਵੰਡਿਆ ਗਿਆ ਜਿਹੜਾ ਭਾਰਤ, ਪਾਕਿਸਤਾਨ ਤੇ ਬੰਗਲਾਦੇਸ਼, ਪਰ ਉਹ ਵਿਅਕਤੀ ਨੇ ਆਪਣੀ ਪੱਤਰਕਾਰੀ 'ਚ ਇਸ ਤਰ੍ਹਾਂ ਦੀ ਪੱਧਰ ਬਣਾ ਲਈ ਸੀ ਜਿੱਦਾਂ ਕਿ ਕੋਈ ਅੰਬੈਸਡਰ ਹੈ ਕਿਸੇ ਸਟੇਟ ਦਾ ਜਾਂ ਦੇਸ਼ ਦਾ, ਉਹ ਪਾਕਿਸਤਾਨ ਦੇ ਵਿੱਚ ਵੀ ਜਾ ਰਿਹਾ ਤੇ ਸਰਹੱਦ ਤੋਂ ਹੀ ਉਹਨੂੰ ਮਾਣ ਸਨਮਾਨ ਮਿਲ ਰਿਹਾ, ਸਰਕਾਰਾਂ ਵੀ ਮਾਣ ਸਨਮਾਨ ਦੇ ਰਹੀਆਂ ਤੇ ਲੋਕ ਵੀ ਦੇ ਰਿਹਾ। ਭਾਰਤ ਦੇ ਵਿੱਚ ਵੀ ਹਰ ਪ੍ਰਾਂਤ 'ਚ ਜਾ ਰਿਹਾ ਉਹ, ਜਿਹੜਾ ਹਰ ਖਤਰਨਾਕ ਖਤਰ, ਚਾਹੇ ਉਹ ਜੰਮੂ ਕਸ਼ਮੀਰ ਹੈ ਚਾਹੇ ਅਸਾਮ ਆ, ਕਿਸੇ ਜਿੱਥੇ ਵੀ ਕੌਨਫਲਿਕਟ ਚੱਲ ਰਿਹਾ, ਲੜਾਈ ਝਗੜੇ ਹੋ ਰਹੇ ਆ, ਉੱਥੇ ਜਾ ਰਿਹਾ। ਬੰਗਲਾਦੇਸ਼ 'ਚ ਜਾ ਰਿਹਾ, 15-15 ਦਿਨ ਮਹੀਨਾ ਰਹਿ ਰਿਹਾ, ਬੰਗਲਾਦੇਸ਼ ਦੀ ਯਾਤਰਾ ਕਰ ਰਿਹਾ, ਜਿਹੜੀ ਫਸਟ ਹੈਂਡ ਇਨਫੋਰਮੇਸ਼ਨ ਲੈ ਕੇ ਆਪਣੇ ਕਾਲਮ ਲਿਖ ਰਿਹਾ। ਦਿੱਲੀ 'ਚ ਬੈਠ ਕੇ ਕਾਲਮ ਨਹੀਂ ਲਿਖ ਰਿਹਾ ਬਲਕਿ ਇਸ ਸਾਰੇ ਦੱਖਣੀ ਏਸ਼ੀਆ ਦੇ ਖਿੱਤੇ 'ਚ ਘੁੰਮ ਕੇ ਕਾਲਮ ਉਹ ਲਿਖ ਰਿਹਾ। ਔਰ ਉਹ ਵਿਅਕਤੀ ਦੇ ਕਾਲਮ ਜਿਹੜੇ ਆ ਇੱਕੋ ਟਾਈਮ ਤੇ ਹਫਤੇ ਦੇ ਵਿੱਚ 70-80 ਅਖਬਾਰਾਂ 'ਚ ਛਪ ਰਹੇ ਆ, ਤਮਾਮ ਭਾਸ਼ਾਵਾਂ 'ਚ ਟ੍ਰਾਂਸਲੇਟ ਹੁੰਦੇ ਸੀ, ਉਹ ਤਮਾਮ ਭਾਸ਼ਾਵਾਂ 'ਚ ਜਿਹੜੇ ਉਹ ਟ੍ਰਾਂਸਲੇਟ ਹੋ ਕੇ ਛਪ ਰਿਹਾ। ਉਹ ਪਾਕਿਸਤਾਨ 'ਚ ਛਪਦੇ ਆ, ਮਿਡਲ ਈਸਟ ਦੀਆਂ ਅਖਬਾਰਾਂ ਵਿੱਚ ਛਪਦੇ, ਮੈਂ ਦੇਖਿਆ ਉਹਨਾਂ ਦੇ ਕਾਲਮ, ਬੰਗਲਾਦੇਸ਼ ਵਿੱਚ ਛਪਦੇ ਆ। ਐਸਪੀ ਸਿੰਘ ਜੀ, ਜਿਹੜੇ ਹਿੰਦੁਸਤਾਨ ਦੇ ਅੰਦਰ ਤੇ ਭਾਰਤ ਦੇ ਗੁਆਂਢੀ ਦੇਸ਼ਾਂ ਦੇ ਅੰਦਰ ਵਿਦਵਾਨ ਬਹੁਤ ਹੋਣਗੇ, ਸਕਾਲਰ ਬੜੇ ਹੋਣਗੇ, ਪਰ ਪੱਤਰਕਾਰੀ 'ਚ ਜੇ ਕਿਸੇ ਦਾ ਰੁਤਬਾ ਮੈਂ ਦੇਖਿਆ ਤੇ ਉਹ ਮੈਂ ਕੁਲਦੀਪ ਨਈਅਰ ਦਾ ਦੇਖਿਆ। ਯਾਦ ਕਰਨਗੇ ਲੋਕ ਕਿ ਅਸੀਂ ਕਦੇ ਕੁਲਦੀਪ ਨਈਅਰ ਨੂੰ ਵੇਖਿਆ ਸੀ, ਵਾਹ, ਜਿਵੇਂ ਫਿਰਾਕ ਗੋਰਖਪੁਰੀ ਕਹਿੰਦੇ ਨੇ, ਹੈ ਨਾ। ਬਿਲਕੁਲ ਲੋਕ ਯਾਦ ਕਰਨਗੇ। ਬਿਲਕੁਲ। ਵੈਸੇ ਸਾਡੇ ਲਈ ਕਾਫੀ ਸਾਰੀਆਂ ਸਮੱਸਿਆਵਾਂ ਖੜੀਆਂ ਕਰ ਗਏ ਨੇ ਕੁਲਦੀਪ ਨਈਅਰ ਜੀ। ਇੰਨੇ ਸਾਰੇ ਫਰੰਟਸ ਦੇ ਉੱਤੇ ਇੰਨੇ ਸਾਰੇ ਮਾਰਕੇ ਮਾਰੇ ਨੇ, ਇੰਨੇ ਰੋਲ ਨੇ, ਤੇ ਉਹਨਾਂ ਬਾਰੇ ਗੱਲ ਕਿਵੇਂ ਕਰੀਏ। ਬਟ ਇੱਕ ਗੱਲ ਬੜੀ ਇੰਟਰਸਟਿੰਗ ਹੈ, ਆਲ ਥਰੂ ਦਿਸ, ਇਸ ਸਾਰੇ ਦੇ ਵਿੱਚੋਂ ਹਿੰਦ ਪਾਕ ਦੀ ਤੁਸੀਂ ਲੜਾਈ ਲੜ ਰਹੇ ਹੋ, ਐਮਰਜੈਂਸੀ ਦੇ ਖਿਲਾਫ ਲੜ ਰਹੇ ਹੋ, ਪੱਤਰਕਾਰਤਾ ਦੀ ਆਜ਼ਾਦੀ ਲਈ, ਪ੍ਰੈਸ ਦੀ ਆਜ਼ਾਦੀ ਲਈ ਲੜ ਰਹੇ ਹੋ, ਤਮਾਮ ਲੜਾਈਆਂ ਨੇ। ਇਸ ਸਾਰੇ ਦੇ ਵਿੱਚ ਇੱਕ ਬੇਸਿਕ ਸਵਾਲ ਪੁੱਛਣਾ ਨਹੀਂ ਭੁੱਲਦੇ ਸੀ ਕਿ ਇਹ ਸਾਰੀ ਡਿਵੈਲਪਮੈਂਟ ਦਾ ਸਭ ਤੋਂ ਗਰੀਬ ਨੂੰ ਕੀ ਫਾਇਦਾ ਹੋਇਆ। ਉਹ ਮੈਨੂੰ ਚੌਂਕ ਵਿੱਚ ਮੰਗਤੇ ਕਿਉਂ ਦਿਖਾਈ ਦਿੰਦੇ ਨੇ, ਇਹ ਗਰੀਬ ਲੋਕ ਕਿੱਥੇ ਰਹਿੰਦੇ ਨੇ, ਇਹਨਾਂ ਦੀ ਰੋਜ਼ੀ ਰੋਟੀ ਦੇ ਸਵਾਲ ਜੇ ਚਾਈਨਾ ਹੱਲ ਕਰ ਰਿਹਾ ਤਾਂ ਉਹ ਟੋਟਲਿਟੇਰੀਅਨ ਸਟੇਟ ਦੇ ਵਿੱਚੋਂ ਹੱਲ ਕਰ ਰਿਹਾ ਜਿੱਥੇ ਕੋਈ ਲੋਕਤੰਤਰ ਨਹੀਂ ਹੈ, ਤੇ ਲੋਕਤੰਤਰ ਸਮੇਤ ਮੇਰਾ ਭਾਰਤ ਹੱਲ ਕਿਉਂ ਨਹੀਂ ਕਰ ਰਿਹਾ। ਇਹ ਸਵਾਲ ਤੋਂ ਉਹਨਾਂ ਨੇ ਕਦੀ ਆਪਣਾ ਫੋਕਸ ਨਹੀਂ ਵਟਿਆ, ਉਹ ਪਾਸਾ ਨਹੀਂ ਵਟਿਆ। ਦੈਟਸ ਵਾਈ ਆਈ ਵਿਲ ਕੀਪ ਟਾਕਿੰਗ ਮੋਰ ਅਬਾਊਟ ਕੁਲਦੀਪ ਨਈਅਰ ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ। ਚਰਚਾ ਕਰ ਰਹੇ ਹਾਂ ਇਸ ਦੇਸ਼ ਦੇ ਵਿੱਚ ਆਜ਼ਾਦ ਪ੍ਰੈਸ ਦੀ ਲੜਾਈ ਬਾਰੇ, ਐਮਰਜੈਂਸੀ ਦੇ ਖਿਲਾਫ ਲੜਾਈ ਬਾਰੇ, ਹਿੰਦੂ ਮੁਸਲਿਮ ਏਕਤਾ ਬਾਰੇ, ਕਮਿਊਨਲ ਹਾਰਮਨੀ ਬਾਰੇ, ਹਿੰਦ ਪਾਕ ਦੇ ਵਿਚਕਾਰ ਅਮਨ ਬਾਰੇ, ਦੋਨਾਂ ਪੰਜਾਬਾਂ ਦੇ ਮਿਲਣ ਬਾਰੇ,
ਛੋਟੇ ਵਿੱਚ ਕਹਿ ਦਈਏ ਤੇ ਕੁਲਦੀਪ ਨਈਅਰ ਬਾਰੇ ਜਿਹੜੇ ਹੁਣ ਸਾਨੂੰ ਛੱਡ ਕੇ ਚਲੇ ਗਏ ਨੇ। ਇੰਟਰਸਟਿੰਗ ਇਹ ਹੈ ਸਤਨਾਮ ਮਾਨਕ ਜੀ ਕਿ ਕੁਲਦੀਪ ਨਈਅਰ ਜੀ ਉਮਰ ਭਰ ਨਹਿਰੂਵੀਅਨ ਰਹੇ, ਨਹਿਰੂ ਨੂੰ ਬਹੁਤ ਮੰਨਦੇ ਸਨ, ਪਰ ਤੁਸੀਂ ਉੱਥੇ ਸੋ ਬਾਰਡਰ ਤੋਂ ਜਦੋਂ ਵਾਜਪਾਈ ਜੀ ਵਾਲੀ ਬੱਸ ਜਾ ਰਹੀ ਸੀ ਲਾਹੌਰ ਤੇ ਕੁਲਦੀਪ ਨਈਅਰ ਜੀ ਵਾਜਪਾਈ ਹੋਰਾਂ ਦੇ ਨਾਲ ਬੱਸ 'ਚ ਵੀ ਬੈਠੇ ਸਨ। ਸੋ ਰਾਈਟਿਸਟ ਪਾਰਟੀ ਵਾਲਿਆਂ ਨਾਲ ਵੀ ਗੱਲ ਕਰ ਲੈਂਦੇ ਸਨ, ਲੈਫਟਿਸਟਾਂ ਨਾਲ ਵੀ ਗੱਲ ਕਰ ਲੈਂਦੇ ਸਨ। ਇਨਫੈਕਟ ਕਈ ਵਾਰੀ ਉਹਨਾਂ ਨੂੰ ਪੁੱਛਿਆ ਮੀਰਾ ਦੀਵਾਨ ਨੇ, ਜਿਨ੍ਹਾਂ ਨੇ ਉਹਨਾਂ ਦੀ ਜ਼ਿੰਦਗੀ ਤੇ ਡਾਕੂਮੈਂਟਰੀ ਬਣਾਈ ਹੈ, ਕਿ ਤੁਹਾਡੀ ਲਾਈਫ 'ਚ ਅੱਜ ਤੱਕ ਕੋਈ ਡਾਕੂਮੈਂਟਰੀ ਕਿਉਂ ਨਹੀਂ ਬਣੀ? ਉਹ ਕਹਿੰਦੇ ਗੱਲ ਇਹ ਹੈ ਵੀ ਰਾਈਟ ਵਾਲੇ ਸਮਝਦੇ ਨੇ ਵੀ ਮੈਂ ਲੈਫਟ ਹੈਗਾ ਤੇ ਲੈਫਟ ਵਾਲੇ ਕਹਿੰਦੇ ਨੇ ਸਹੀ ਤਰੀਕੇ ਨਾਲ ਲੈਫਟ ਨਹੀਂ ਹੈਗਾ ਤੇ ਮੈਂ ਕਿਸੇ ਪਾਸੇ ਫਿਟ ਨਹੀਂ ਬੈਠਦਾ। ਤੇ ਜੇ ਸਾਰੀਆਂ ਸਰਕਾਰਾਂ ਨਾਲ ਬਣਦੀ ਰਹੀ, ਸਾਰੇ ਇੱਜ਼ਤ ਕਰਦੇ ਸੀ, ਤੁਸੀਂ ਕਹਿੰਦੇ ਹੋ ਹਿੰਦੁਸਤਾਨੀਆਂ ਤੋਂ ਲੈ ਕੇ ਪਾਕਿਸਤਾਨੀ ਤੱਕ ਇੱਜ਼ਤ ਕਰਦੇ ਸਨ, ਤੇ ਸਰਕਾਰੀ ਅਵਾਰਡ, ਕੋਈ ਸਰਕਾਰੀ ਸ਼ੀਲਡ, ਕੋਈ ਤਗਮਾ, ਕੋਈ ਪਦਮ ਭੂਸ਼ਣ, ਪਦਮ ਵਿਭੂਸ਼ਣ, ਇਹ ਸਾਰਾ ਉਹਨਾਂ ਦੇ ਸੀਨੇ ਤੇ ਲੱਗਾ ਨਹੀਂ ਵੇਖਿਆ। ਉਹਦੇ ਵਿੱਚ ਡਾਕਟਰ ਸਾਹਿਬ ਅਜੇ ਕਿ ਅਵਾਰਡ ਬੜੇ ਨੇ ਉਹਨਾਂ ਕੋਲ, ਮੋਰ ਦੈਨ 20 ਅਵਾਰਡ। ਐਸਪੀ ਸਿੰਘ ਜੀ ਜਿਹੜੇ ਵੱਖ-ਵੱਖ ਲੋਕਾਂ ਦੀਆਂ ਜਥੇਬੰਦੀਆਂ ਜਿਹੜੀਆਂ NGO ਉਹਨਾਂ ਦੇ ਅਵਾਰਡ ਤਾਂ ਉਹਨਾਂ ਨੂੰ ਬਹੁਤ ਮਿਲੇ ਆ। ਉਹਨਾਂ ਦੇ ਤੁਸੀਂ ਦਿੱਲੀ ਦੇਖਿਆ, ਉਹਨਾਂ ਦੇ ਜਿੱਥੇ ਬੈਠਦੇ ਸੀ ਆਪਣੇ ਲਿਖਣ ਦੇ ਕਮਰੇ 'ਚ ਬਹੁਤ ਸਾਰੀਆਂ ਟਰੋਫੀਆਂ ਪਈਆਂ, ਤੁਸੀਂ ਦੇਖ ਸਕਦੇ। 2015 'ਚ ਜਿਹੜਾ BD ਗੋਇਨਕਾ ਲਾਈਫ ਟਾਈਮ ਅਚੀਵਮੈਂਟ ਅਵਾਰਡ ਹੈ ਉਹ ਕੁਲਦੀਪ ਨਈਅਰ ਨੂੰ ਬਹੁਤ ਸਾਰਾ ਮਿਲਿਆ, ਪਰ ਸਰਕਾਰ ਵੱਲੋਂ ਕੋਈ ਅਵਾਰਡ ਉਹਨਾਂ ਨੂੰ ਮਿਲਿਆ ਨਹੀਂ। ਅਸਲ ਗੱਲ ਇਹ ਆ ਕਿ ਤੁਸੀਂ ਜਿਸ ਤਰ੍ਹਾਂ ਜਾਣਦੇ ਆ, ਉਹ ਸਥਾਪਤੀ ਦੀ ਪੱਤਰਕਾਰੀ ਨਹੀਂ ਕਰਦੇ ਸੀ, ਹਮੇਸ਼ਾ ਸਥਾਪਤੀ ਵਿਰੋਧੀ ਪੱਤਰਕਾਰੀ ਕਰਦੇ ਸੀ, ਤੂਤੀ ਨਹੀਂ ਵਜਾਉਂਦੇ ਸੀ। ਉਹਨੇ ਕਿਸੇ ਵੀ ਸਰਕਾਰ, ਚਾਹੇ ਕੋਈ ਵੀ ਹੈ, ਚਾਹੇ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਹੈ, ਪੰਜਾਬ ਦੀ ਕਾਂਗਰਸ ਸਰਕਾਰ ਹੈ, ਜਾਂ ਕੇਂਦਰ ਦੀ ਕਾਂਗਰਸ ਦੀ ਸਰਕਾਰ ਹੈ, ਜਾਂ ਭਾਜਪਾ ਦੀ ਸਰਕਾਰ ਹੈ, ਉਹਨਾਂ ਦੀ ਖੇਡ ਦਾ ਹਿੱਸਾ ਕਦੇ ਨਹੀਂ ਬਣੇ। ਚੀਜ਼ਾਂ ਨੂੰ ਇੱਕ ਵਿੱਥ ਤੋਂ ਦੇਖ ਕੇ ਆਪਣੇ ਢੰਗ ਨਾਲ ਸਮਝ ਕੇ ਉਹਦੇ ਤੇ ਉਹ ਲਿਖਦੇ ਰਹੇ। ਉਹਨਾਂ ਠੀਕ ਹੈ, ਜਿਹੜਾ ਸੰਵਾਦ ਉਹਨਾਂ ਦਾ ਸਾਰਿਆਂ ਨਾਲ ਰਿਹਾ, ਉਹ ਦੂਜਿਆਂ ਦਾ ਸਨਮਾਨ ਕਰਦੇ ਸੀ, ਦੂਜੇ ਜਿਹੜੇ ਸੱਤਾਧਾਰੀ ਸੀ ਉਹਨਾਂ ਦਾ ਸਨਮਾਨ ਕਰਦੇ ਸੀ, ਪਰ ਕਦੇ ਉਹਨਾਂ ਨੇ ਕੋਸ਼ਿਸ਼ ਨਹੀਂ ਕੀਤੀ ਕਿ ਮੈਨੂੰ ਕੋਈ ਸਰਕਾਰੀ ਅਵਾਰਡ। ਜਿਸ ਤਰ੍ਹਾਂ ਥੋੜੀ ਜਿਹੀ ਕੰਟਰੋਵਰਸੀ ਹੋਈ ਸੀ, ਅਕਾਲ ਤਖਤ ਤੋਂ ਉਹਨਾਂ ਨੂੰ ਸ਼੍ਰੋਮਣੀ ਪੱਤਰਕਾਰ ਬਣਾਇਆ ਗਿਆ, ਫਿਰ ਉਹ ਅਵਾਰਡ ਵਾਪਸ ਲਿਆ ਗਿਆ, ਤੇ ਉਹਨੂੰ ਯਾਦ ਬਹੁਤ ਲੋਕਾਂ ਨੇ ਬੁਰਾ ਮਨਾਇਆ ਰੈਦਰ ਕਿ ਇਹ ਅਵਾਰਡ ਵਾਪਸ ਕਿਉਂ ਲਿਆ ਜਾ ਰਿਹਾ। ਸਰਦਾਰ ਬਰਜਿੰਦਰ ਸਿੰਘ ਹਮਦਰਦ ਹੋਰਾਂ ਨੇ ਐਡੀਟੋਰੀਅਲ ਲਿਖਿਆ ਬਕਾਇਦਾ ਕਿ ਦਿਸ ਇਜ਼ ਬੈਡ, ਇਹ ਕੋਈ ਤਰੀਕਾ ਨਹੀਂ ਹੈ। ਉਹ ਇੰਡੀਪੈਂਡੈਂਟ ਪੱਤਰਕਾਰ ਨੇ, ਉਹਨਾਂ ਨੂੰ ਕ੍ਰਿਟੀਸਾਈਜ਼ ਕਰਨ ਦਾ ਹੱਕ ਹੈ, ਤੇ ਤੁਸੀਂ ਜਿਹੜਾ ਵਿਅਕਤੀ ਦੇ ਪ੍ਰਤੀ ਉਹ ਕ੍ਰਿਟੀਕਲ ਹੋ ਰਹੇ ਨੇ, ਤੁਸੀਂ ਉਹ ਅਵਾਰਡ ਵਾਪਸੀ ਲੈ ਰਹੇ ਹੋ, ਇਹ ਤਾਂ ਇੰਡੀਪੈਂਡੈਂਟ ਪੱਤਰਕਾਰੀ ਦੇ ਉੱਤੇ ਹਮਲਾ ਹੈ। ਦੇਖੋ ਐਸਪੀ ਸਿੰਘ ਜੀ, ਕੋਈ ਵੀ ਵਿਅਕਤੀ ਹੈ ਜਿਹੜਾ ਨਾ, ਉਹਦੀ ਹਰ ਲਿਖਤ ਨਾਲ, ਹਰ ਲੇਖ ਨਾਲ, ਹਰ ਲੇਖ ਦੀ ਲਾਈਨ ਨਾਲ ਕਿ ਕਿਸੇ ਦਾ ਵੀ ਪੂਰੀ ਤਰ੍ਹਾਂ ਸਹਿਮਤ ਹੋਣਾ ਸੰਭਵ ਨਹੀਂ ਹੁੰਦਾ। ਹਰ ਵਿਅਕਤੀ ਦੇ ਆਪਣੇ ਵਿਚਾਰ ਹੁੰਦੇ ਆ, ਕੋਈ ਸਥਿਤੀ, ਕੋਈ ਘਟਨਾ ਵਾਪਰਦੀ, ਉਹਦਾ ਪ੍ਰਤੀਕਰਮ ਆਪਣਾ ਹੁੰਦਾ। ਬਿਲਕੁਲ ਉਹਦੇ ਸਮੁੱਚੇ ਤੌਰ ਤੇ ਦੇਖਣਾ ਚਾਹੀਦਾ ਕੁਲਦੀਪ ਨਈਅਰ ਦੀ ਕੀ ਦੇਣ ਹੈ। ਕੁਲਦੀਪ ਨਈਅਰ ਨੇ ਸਿੱਖ ਕਮਿਊਨਿਟੀ ਲਈ ਕੀ ਕੀਤਾ। ਦੇਖੋ ਤੁਸੀਂ ਸਾਰੇ ਦੇਖਦੇ ਆ, ਅਸੀਂ ਸਾਰੇ ਜਾਣਦੇ ਆ ਕਿ ਸਾਕਾ ਨੀਲਾ ਤਾਰਾ ਤੋਂ ਲੈ ਕੇ ਜਿਹੜਾ 84 ਦਾ ਦਿੱਲੀ ਦਾ ਸਿੱਖ ਕਤਲੇਆਮ ਤੋਂ ਲੈ ਕੇ ਉਹ ਤੋਂ ਬਾਅਦ ਜਿਸ ਤਰ੍ਹਾਂ ਦਾ ਪੰਜਾਬ 'ਚ ਹਾਲਾਤ ਜਿਹੜੇ ਖਰਾਬ ਹੋਏ, ਉਹਦੇ ਵਿੱਚ ਸਿੱਖ ਭਾਈਚਾਰੇ ਨੇ ਕਿੰਨੀ ਵੱਡੀ ਕੀਮਤ ਜਿਹੜੀ ਅਦਾ ਕੀਤੀ ਹੈ, ਪੰਜਾਬ ਦੇ ਲੋਕਾਂ ਨੇ ਕਿੰਨੀ ਕੀਮਤ ਅਦਾ ਕੀਤੀ ਹੈ, ਦੇਸ਼ ਦੇ ਹੋਰ ਹਿੱਸੇ ਦੇ ਲੋਕਾਂ ਨੇ ਕਿੰਨੀ ਵੱਡੀ ਕੀਮਤ ਅਦਾ ਕੀਤੀ ਹੈ। ਕਦੇ ਉਹਨਾਂ ਨੇ ਦੋਸ਼ੀਆਂ ਨੂੰ ਦੋਸ਼ੀ ਕਹਿਣ ਤੋਂ ਝਿਜਕ ਦਿਖਾਈ ਹੈ। ਔਰ ਦਿੱਲੀ ਦੇ ਵਿੱਚ ਜਦੋਂ ਸਿੱਖ ਕਤਲੇਆਮ ਹੋਇਆ, ਜਿੰਨੀਆਂ ਨਾਲ ਚੱਲੇ ਨੇ ਜਸਟਿਸ VM ਤਾਰਾਕੁੰਡੇ, ਜਿੰਨੇ ਦੇਸ਼ ਦੇ ਵੱਡੇ ਸਕਾਲਰ, ਮਨੁੱਖੀ ਅਧਿਕਾਰਾਂ ਦੇ ਰੱਖਿਅਕ ਜਿਹੜੇ ਆ, ਚਾਹੇ ਅਵਤਾਰ ਕੁੰਡੇ ਆ, ਚਾਹੇ ਜਸਟਿਸ ਰਜਿੰਦਰ ਸੱਚਰ ਹੈ, ਜਾਂ ਹੋਰ ਜਿੰਨੇ ਵੀ ਕਾਰਕੁਨ ਕਹਿੰਦੇ ਕਹਾਉਂਦੇ ਇੰਟੈਲੈਕਚੁਅਲ ਸੀ, ਉਹਨਾਂ ਨੂੰ ਲੈ ਕੇ ਕਮੇਟੀਆਂ ਬਣਾਈਆਂ। ਕਮੇਟੀਆਂ ਬਣਾ ਕੇ ਉਸ ਦਹਿਸ਼ਤ ਵਾਲੇ ਦੌਰ 'ਚ ਜਿੱਥੇ ਸਟੇਟ ਦੀ ਬੜੀ ਦਹਿਸ਼ਤ ਸੀਗੀ, ਉਹ ਸਾਰੇ ਦੋਸ਼ੀਆਂ ਨੂੰ ਨੰਗੇ ਕੀਤਾ, ਨਾਂ ਲੈ ਕੇ ਰਿਪੋਰਟਾਂ 'ਚ, ਔਰ ਰਿਪੋਰਟਾਂ ਨੂੰ ਮੀਡੀਆ 'ਚ ਨਸ਼ਰ ਕੀਤਾ, ਉਹਦੇ ਤੇ ਲਿਖਿਆ, ਇੱਕ ਉਹ ਫਰੰਟ ਸੰਭਾਲਿਆ। ਫਿਰ ਉਹਨਾਂ ਨੇ ਸਾਕਾ ਨੀਲਾ ਤਾਰਾ ਤੇ ਕਿੰਨੀ ਵਧੀਆ ਕਿਤਾਬ ਲਿਖੀ ਕਿ ਸਾਰੀ ਕਹਾਣੀ ਕਿਵੇਂ ਵਾਪਰੀ ਤੇ ਇਹਦੇ ਲਈ ਕੌਣ ਦੋਸ਼ੀ ਹੈ। ਸਾਰੇ ਮੰਜ਼ਰ ਉਹਨਾਂ ਨੇ ਬਿਆਨ ਕੀਤੇ, ਕਿਵੇਂ ਗੋਲੀਆਂ ਮਾਰੀਆਂ ਗਈਆਂ। ਇੰਨੀ ਵੱਡੀ ਸਿੱਖ ਭਾਈਚਾਰੇ ਦੀ ਜਿਹੜੀ ਮਦਦ ਕੋਈ ਵਿਅਕਤੀ ਜਿਹੜਾ ਉਹ ਕਰ ਨਹੀਂ ਸਕਦਾ ਜਿੰਨੀ ਉਹਨੇ ਕੀਤੀ ਹੈ। ਪਰ ਜੇ ਸਿੱਖ ਭਾਈਚਾਰੇ ਦੇ ਅੰਦਰ ਕਿਸੇ ਚੀਜ਼ ਨੂੰ, ਜਾਂ ਸਿੱਖ ਭਾਈਚਾਰੇ ਦੇ ਲੀਡਰਾਂ ਦੇ ਕਿਸੇ ਅਮਲ ਨੂੰ ਉਹ ਠੀਕ ਨਹੀਂ ਸਮਝਦੇ, ਤੇ ਇੱਕ ਪੱਤਰਕਾਰ ਦੇ ਤੌਰ ਤੇ ਉਹਨਾਂ ਨੂੰ ਵੀ ਇਹ ਅਧਿਕਾਰ ਹੈ, ਉਹਨਾਂ ਦਾ ਰਾਈਟ ਹੈ ਕਿ ਉਹ ਚੀਜ਼ਾਂ ਨੂੰ ਕ੍ਰਿਟੀਕਲੀ ਵੇਖਣ ਤੇ ਉਹਦੇ ਬਾਰੇ ਲਿਖਣ। ਤੇ ਤੁਸੀਂ ਕਿਸੇ ਵੀ ਪੱਤਰਕਾਰ ਤੋਂ, ਜਿਹੜਾ ਨਿਰਪੱਖ ਪੱਤਰਕਾਰ ਹੈ, ਉਹ ਇਹ ਆਸ ਨਹੀਂ ਕਰ ਸਕਦੇ ਕਿ ਸਾਡੀ ਹਰ ਚੀਜ਼ ਨੂੰ ਉਹ ਠੀਕ ਠਹਿਰਾਵੇ।
ਪਰ ਐਜ਼ ਅ ਜਰਨਲਿਸਟ ਰਿਮਾਰਕੇਬਲ ਅਚੀਵਮੈਂਟ ਸੀਗੀਆਂ। ਦੇਖੋ ਸ਼ਾਸਤਰੀ ਹਰਾਂ ਨੂੰ ਕਵਰ ਕਰਨ ਗਏ ਨੇ ਜਿਸ ਵੇਲੇ ਲਾਲ ਬਹਾਦਰ ਸ਼ਾਸਤਰੀ ਪ੍ਰਧਾਨ ਮੰਤਰੀ ਸੀ ਤਾਸ਼ਕੰਦ ਦੇ ਵਿੱਚ, ਤੇ ਬਾਕੀ ਦੇ ਪੱਤਰਕਾਰ ਸਭ ਪਾਰਟੀ ਕਰ ਰਹੇ ਸਨ, ਤੇ ਲਾਲ ਬਹਾਦਰ ਸ਼ਾਸਤਰੀ ਜੀ ਦੀ ਡੈਥ ਹੋ ਗਈ, ਤੇ ਉਹ ਸਕੂਪ ਸੀ ਜਿਹੜਾ ਕੁਲਦੀਪ ਨਈਅਰ ਹਰਾਂ ਦਾ ਸੀ। ਐਟਮ ਬੰਬ ਪਾਕਿਸਤਾਨ ਕੋਲ ਹੈਗਾ, ਇਹ ਸਕੂਪ ਕੁਲਦੀਪ ਨਈਅਰ ਹਰਾਂ ਦਾ ਸੀ। ਬਲਕਿ ਐਮਰਜੈਂਸੀ ਦੇ ਦੌਰਾਨ ਇਹ ਛਾਪਦੇ ਨਹੀਂ ਖਬਰ ਕਿ ਐਮਰਜੈਂਸੀ ਹਟਣ ਲੱਗੀ ਹੈ ਤੇ ਇੰਦਰਾ ਗਾਂਧੀ ਇਲੈਕਸ਼ਨਾਂ ਕਾਲ ਕਰਨ ਲੱਗੀ ਹੈ, ਇਹ ਉਹਨਾਂ ਦਾ ਸਕੂਪ ਸੀ ਜਿਹੜਾ ਉਸ ਵੇਲੇ ਦੇਸ਼ ਦੀ, ਮੈਨੂੰ ਲੱਗਦਾ MG ਅਕਬਰ ਕਹਿੰਦੇ ਹੁੰਦੇ ਨੇ ਕਿ ਸਾਡੇ ਸਮੇਂ ਦੀ ਸਭ ਤੋਂ ਵੱਡੀ ਖਬਰ ਇਹ ਸੀ ਕਿ ਅਸੀਂ ਸੋਚਿਆ ਸੀ ਇਹ ਹਨੇਰਾ ਨਹੀਂ ਛਟੇਗਾ, ਤੇ ਕੁਲਦੀਪ ਨਈਅਰ ਉਹ ਖਬਰ ਕੱਢ ਲਿਆ ਸੀ। ਐਜ਼ ਅ ਰਿਪੋਰਟਰ ਹੀ ਵਾਜ਼ ਰਿਮਾਰਕੇਬਲ, ਬਟ ਗੋਇੰਗ ਬਿਯੋਂਡ ਰਿਪੋਰਟਿੰਗ ਉਹਨਾਂ ਦੇ ਜ਼ਹਿਨ ਬਾਰੇ ਕਿਵੇਂ ਗੱਲ ਪਤਾ ਲੱਗਦੀ ਹੈ? ਬੜਾ ਇੰਟਰਸਟਿੰਗ ਜਿਹਾ ਕਿੱਸਾ ਮੈਂ ਪੜ੍ਹ ਰਿਹਾ ਸੀ ਕਿ ਫਿਲਮ ਬਣੀ ਬਾਰਡਰ, ਹਿੰਦੀ ਫਿਲਮ, ਤੁਸੀਂ ਵੇਖੀ ਹੋਵੇਗੀ। ਹਾਂਜੀ ਹਾਂਜੀ। ਤੇ ਉਹਨਾਂ ਨੇ ਬੱਚੇ ਨੂੰ ਪੁੱਛਿਆ ਹੈ ਕਿ ਮੂਵੀ ਕੈਸੀ, ਉਹਨਾਂ ਨੇ ਕਿਹਾ ਵੀ ਤੁਹਾਨੂੰ ਨਹੀਂ ਅੱਛੀ ਲੱਗਣੀ, ਕਿ ਕਿਉਂ, ਮੈਨੂੰ ਕਿਉਂ ਨਹੀਂ ਅੱਛੀ ਲੱਗਣੀ ਦੇਸ਼ ਭਗਤੀ ਦੀ ਮੂਵੀ? ਉਹ ਕਹਿੰਦੇ ਪ੍ਰੋ ਇੰਡੀਆ ਹੈਗੀ ਹੈ। ਕਿਉਂਕਿ ਕੁਲਦੀਪ ਨਈਅਰ ਜਿਹੜੇ ਇੰਡੀਆ ਦੇ ਪ੍ਰੋ ਸੀ, ਉਸ ਹਿੰਦੁਸਤਾਨ ਦੇ ਵਿੱਚ ਤੇ ਉਹ ਮਾਨਵਤਾ ਦੇਖਦਾ ਸੀ, ਉਹਦੇ ਵਿੱਚ ਉਹ ਦੋਨਾਂ ਪੰਜਾਬਾਂ ਦਾ ਮਿਲਨ ਦੇਖਦਾ ਸੀ, ਉਹਦੇ ਵਿੱਚ ਉਹ ਅਮਨ ਦੀ ਲਹਿਰ ਨੂੰ ਦੇਖਦਾ ਸੀ, ਤੇ ਬਾਰਡਰ ਜਿਹੜੀ ਆ ਉਹ ਉੱਥੇ ਆ ਕੇ ਪ੍ਰੋਬਲਮੈਟਿਕ ਸੀ। ਸੋ ਮੇਰਾ ਮਤਲਬ ਕੁਲਦੀਪ ਨਈਅਰ ਹਰ ਸਾਹ ਦੇ ਵਿੱਚ ਆਪਣੇ ਨਿਸ਼ਾਨੇ ਤੋਂ ਨਹੀਂ ਉਕਦੇ ਸਨ। ਆਪਾਂ ਇਸ ਗੱਲ ਨੂੰ ਇਉਂ ਵੀ ਦੇਖੀਏ ਕਿ ਬਹੁਤ ਪਿੱਛੋਂ ਆ ਕੇ ਉਹਨਾਂ ਨੇ ਭਗਤ ਸਿੰਘ ਦੀ ਜੀਵਨੀ ਲਿਖੀ। ਦੈਟ ਵਾਸ ਵੈਰੀ ਲੇਟ ਐਕਚੁਅਲੀ। ਉਹ ਜਦੋਂ ਕਿ ਉਹ ਆਪਣਾ ਮਤਲਬ ਕਦੇ ਉਹਨਾਂ ਨੇ ਨਹੀਂ ਸੀ ਪਹਿਲਾਂ ਇਸ ਦੇ ਬਾਬਤ ਸੋਚਿਆ, ਪਰ ਉਹ ਇਹ ਕਹਿੰਦੇ ਨੇ ਕਿ ਇਹ ਸ਼ਾਇਦ ਮੇਰੀ ਸਭ ਤੋਂ ਬਿਹਤਰ ਕਿਤਾਬ ਹੈ ਜਿਹਦੇ ਉੱਤੇ ਉਹਨਾਂ ਨੇ ਉਹਨਾਂ ਨੂੰ ਬੜਾ ਮਾਣ ਸੀ ਇਸ ਅਦਰਵਾਈਜ਼ ਇਹ ਬਿਯੋਂਡ ਦਾ ਲਾਈਨਸ ਇੰਡੀਆ ਆਫਟਰ ਨਹਿਰੂ ਐਮਰਜੈਂਸੀ ਕਿ ਭਗਤ ਸਿੰਘ ਦੀਆਂ ਜਿੰਨੀਆਂ ਜੀਵਨੀਆਂ ਆਈਆਂ ਨੇ ਉਹਨਾਂ ਦੇ ਵਿੱਚ ਸਭ ਤੋਂ ਇਮੈਜਿਨੇਟਿਵ ਇਹ ਕਿਤਾਬ ਹੈ, ਜਿਹੜੀ ਕਿ ਉਸ ਦੀ ਸ਼ਖਸੀਅਤ ਦੇ ਨਾਲ ਵੀ ਇੱਕ ਕਿਸਮ ਦਾ ਜਸਟਿਸ ਵੀ ਕਰਦੀ ਹੈ। ਬਿਲਕੁਲ ਮੈਂ ਮਿਸ ਕਰਦਾ ਕਿ ਪ੍ਰੋਫੈਸਰ ਰਣਧੀਰ ਸਿੰਘ ਜੀ ਨੇ ਨਹੀਂ ਲਿਖੀ, ਤੇ ਇਸ ਕਰਕੇ ਤੁਸੀਂ ਜਿਹੜਾ ਜ਼ਿਕਰ ਕੀਤਾ ਸਤਨਾਮ ਜੀ ਨੇ ਕਿ ਪੰਜਾਬੀ ਨੂੰ ਲੈ ਕੇ ਜਿਹੜੀ ਉਹਨਾਂ ਦੀ ਕਮਿਟਮੈਂਟ ਸੀ ਜੀ, ਦੇਖੋ ਤੁਸੀਂ ਇਹ ਸੋਚ ਕੇ ਦੇਖੋ ਕਿ ਯੂਨੈਸਕੋ ਦੀ ਇੱਕ ਰਿਪੋਰਟ ਦੇ ਵਿੱਚ ਇਹ ਹੈ ਕਿ ਅਗਲਿਆਂ 50 ਸਾਲਾਂ ਦੇ ਵਿੱਚ ਪੰਜਾਬੀ ਜ਼ੁਬਾਨ ਨੇ ਨਹੀਂ ਰਹਿਣਾ। ਇਸ ਦੇ ਉੱਤੇ ਇੱਕ ਬੰਦਾ ਜਿਹਨੇ ਕਦੇ ਅੱਜ ਤੱਕ ਇੱਕ ਅੱਖਰ ਪੰਜਾਬੀ ਦਾ ਨਹੀਂ ਲਿਖਿਆ ਸੀ, ਉਹ ਇਸ ਨੂੰ ਪੰਜਾਬ ਦੇ ਬੁੱਧੀਜੀਵੀ ਤੇ ਯੂਨੀਵਰਸਿਟੀ ਸਰਕਲਸ ਦਾ ਵਿੱਚ ਇੱਕ ਸਭ ਤੋਂ ਵੱਡਾ ਮੁੱਦਾ ਬਣਾ ਦਿੰਦਾ ਹੈ। ਅੱਜ ਦਾ ਵੀ ਜਿਹੜਾ ਪੰਜਾਬੀ ਐਕਟਿਵਿਜ਼ਮ ਹੈ ਉਹ ਕਿਤੇ ਨਾ ਕਿਤੇ ਇਸ ਸ਼ਰਮ ਦਾ ਮਾਰਾ ਵੀ ਨਾਲ ਤੁਰਿਆ ਫਿਰ ਰਿਹਾ ਹੈ। ਮਤਲਬ ਸਾਰੀਆਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਕਿ ਨਈਅਰ ਸਾਹਿਬ ਨੇ ਇਹ ਗੱਲ ਐਸਟੈਬਲਿਸ਼ ਕੀਤੀ, ਤੇ ਨਈਅਰ ਸਾਹਿਬ ਨੇ ਸਿਰਫ ਇੱਕ ਗੱਲ ਹੀ ਨਹੀਂ ਆਖੀ, ਉਹਨਾਂ ਨੇ ਪੰਜਾਬੀ ਦੇ ਵਿੱਚ ਇੱਕ ਨੋਵਲ ਲਿਖਿਆ। ਬਿਲਕੁਲ, ਮੈਨੂੰ ਹਨੇਰਾ ਕਿਉਂ ਨਹੀਂ ਦਿਸਦਾ, ਉਮਰ ਦੇ ਕਿਹੜੇ ਸਾਲ ਦੇ ਵਿੱਚ ਆ ਕੇ ਉਹਨਾਂ ਨੇ ਇਹ ਨੋਵਲ ਲਿਖਿਆ? ਮੇਰਾ ਖਿਆਲ ਹੈ ਇਹ ਸਨ 2013 ਦੇ ਵਿੱਚ ਇਹ ਨੋਵਲ ਆਇਆ, ਅੱਜ ਤੋਂ 90 ਸਾਲਾਂ ਦਾ ਸੀ ਕੁਲਦੀਪ ਨਈਅਰ, ਉਦੋਂ ਪੰਜਾਬੀ ਦੇ ਵਿੱਚ ਆਪਣੀ ਜ਼ੁਬਾਨ ਦੇ ਵਿੱਚ ਉਹ ਨੋਵਲ ਲਿਖਦਾ ਹੈ। ਮੈਂ ਉਸ ਨੋਵਲ ਦੀ ਰਿਲੀਜ਼ ਫੰਕਸ਼ਨ ਦੇ ਵਿੱਚ ਵੀ ਸ਼ਾਮਿਲ ਸਾਂ। ਡਾਕਟਰ ਸਵਰਾਜ ਬੀਰ ਨੇ ਆਪਣਾ ਪਰਚਾ ਪੜ੍ਹਿਆ ਸੀ ਤੇ ਉਹਨਾਂ ਨੇ ਆਖਿਆ ਸੀ ਕਿ ਅੱਜ ਦਾ ਦਿਨ ਬਹੁਤ ਮੁਬਾਰਕ ਹੈ ਕਿ ਪੰਜਾਬ ਦਾ ਐਡਾ ਵੱਡਾ ਆਦਮੀ ਜ਼ੁਬਾਨ ਦੇ ਹਵਾਲੇ ਦੇ ਨਾਲ ਅੱਜ ਇੱਕ ਨਵੇਂ ਪੰਜਾਬ ਦੇ ਨਾਲ ਆਪਣੇ ਆਪ ਨੂੰ ਉਹਦੇ ਨਾਲ ਜੋੜ ਰਿਹਾ ਹੈ। ਉਹ ਕਦੇ ਬੁੱਢੇ ਨਹੀਂ ਲੱਗਦੇ ਸਨ ਵੈਸੇ ਨਈਅਰ ਸਾਹਿਬ, 6 ਫੁੱਟ ਉਹਨਾਂ ਦਾ ਕੱਦ ਸੀ। ਅਜੇ ਪ੍ਰੋਜੈਕਟ ਛੱਡ ਗਏ ਹੋ ਕਿਉਂਕਿ ਹੁਣੇ ਮੀਰਾ ਦੀਵਾਨਾ ਨੇ ਜ਼ਿਕਰ ਕੀਤਾ, ਉਹਨਾਂ ਨਾਲ ਉਹਨਾਂ ਨੇ ਸਾਂਝਾ ਕੀਤਾ ਹੋਵੇਗਾ। ਬਹੁਤ ਉਮਰ ਦੇ ਆਖਰੀ ਮਰਹਲੇ ਦੇ ਵਿੱਚ ਆ ਕੇ ਉਹਨਾਂ ਦੇ ਉੱਤੇ ਡਾਕੂਮੈਂਟਰੀ ਬਣੀ ਹੈ, ਜੇ ਬਹੁਤ ਲੋਕਾਂ ਨੇ ਦੇਖੀ ਵੀ ਨਹੀਂ ਆਓ। ਉਹਨਾਂ ਨੇ ਕਿਹਾ ਕਿ ਬਲੀਆ ਛੋਟਾ ਜਿਹਾ ਸ਼ਹਿਰ ਹੈ ਉੱਤਰ ਪ੍ਰਦੇਸ਼ ਦਾ, ਤੇ ਬਲੀਆ ਦੇ ਉੱਤੇ ਉਹ ਕਿਤਾਬ ਲਿਖਣਾ ਚਾਹੁੰਦੇ ਸਨ। ਮੀਰਾ ਦੀਵਾਨਾ ਨੇ ਕਿਹਾ ਕਿ ਮੈਂ ਵੀ ਇਹਦੇ ਤੋਂ ਵਾਕਿਫ ਨਹੀਂ ਸੀ ਕਿ ਬਲੀਆ 'ਚ ਕੀ ਹੈ। ਉਹ ਕਹਿੰਦੇ ਵੀ ਬਲੀਆ 'ਚ 1942 'ਚ ਜਿਸ ਵੇਲੇ ਮਹਾਤਮਾ ਗਾਂਧੀ ਨੇ ਭਾਰਤ ਛੱਡੋ ਅੰਦੋਲਨ ਚਲਾਇਆ ਤੇ ਬਲੀਆ ਵਾਲਿਆਂ ਨੇ ਐਲਾਨ ਕਰ ਦਿੱਤਾ, ਉਹ ਕਹਿੰਦੇ ਸਾਡਾ ਆਜ਼ਾਦ ਹੈ ਹਿੰਦੁਸਤਾਨ, ਬਲੀਆ ਆਜ਼ਾਦ ਹੈ, ਆਪਣੇ ਆਪ ਚਲਾਵਾਂਗੇ। ਤੇ 7 ਦਿਨ ਤੱਕ ਉਹ ਆਜ਼ਾਦ ਦੇਸ਼ ਯੂਪੀ ਦੇ ਵਿੱਚ ਛੋਟਾ ਜਿਹਾ ਸ਼ਹਿਰ ਇੱਕ ਆਜ਼ਾਦ ਦੇਸ਼ ਆਪਣੇ ਆਪ ਨੂੰ ਡਿਕਲੇਅਰ ਕਰਕੇ ਤੁਰਿਆ, ਤੇ ਉਹ ਅਸਹਿ ਅਕਹਿ ਜ਼ੁਲਮ ਉੱਥੇ ਉਹ ਤਿਰੰਗਾ ਫੜਦੇ ਰਹੇ, ਤੇ ਜਿਹੜਾ ਫੜਦਾ ਰਿਹਾ ਤਿਰੰਗਾ ਉਹਨੂੰ ਉਹ ਗੋਲੀ ਮਾਰਦੇ ਰਹੇ, ਤੇ 11 ਬੰਦੇ ਉਹਨਾਂ ਨੇ ਭੁੰਨ ਦਿੱਤੇ। ਬੰਦਿਆਂ ਨੇ ਤਿਰੰਗਾ ਨਹੀਂ ਥੱਲੇ ਡਿੱਗਣ ਦਿੱਤਾ। ਇਸ ਤਰੀਕੇ ਨਾਲ ਉਹ ਲੜੇ, ਤੇ ਅੱਜ ਵੀ ਉੱਥੇ ਗੱਲਾਂ ਬਾਤਾਂ ਪੈਂਦੀਆਂ ਨੇ ਬੁਚੜ ਆਫ ਬਲੀਆ ਦੀਆਂ। ਬਲੀਆ ਦਾ ਬੁਚੜ ਉਹ ਵਿਅਕਤੀ ਸੀ, ਉਹਦੇ ਤੇ ਉਹ ਕਿਤਾਬ ਲਿਖਣੀ ਚਾਹੁੰਦੇ ਸਨ। ਤੇ ਇਹ ਕਹਿੰਦੇ ਸਨ ਕਿ ਪਤਾ ਨਹੀਂ ਕਿੰਨੇ ਬਲੀਆ ਦੇਸ਼ ਵਿੱਚ ਹੋਏ ਹੋਣਗੇ। ਤੇ ਇੰਟਰਸਟਿੰਗ ਇਹ ਹੈ, ਗਾਣਾ ਉਹਨਾਂ ਦਾ ਫੇਵਰਟ ਸੀਗਾ, ਅਭੀ ਤੋਂ ਮੈਂ ਜਵਾਨ ਹੂੰ। ਬਿਲਕੁਲ ਹਫੀਜ਼ ਜਲੰਧਰੀ ਨੂੰ ਉਹ ਗਾਉਂਦੇ ਸੀ। ਤੇ ਮੈਂ ਵੀ ਜਦੋਂ ਪਤਾ ਲੱਗਾ ਤਾਂ ਹੈ ਉਹਦੀ ਇੱਕ ਲਾਈਨ ਨਾ ਹੈ, ਮੌਤ ਇਸ ਕਦਰ ਕਰੀਬ ਕਿ ਮੁਝੇ ਨਾ ਆਏਗਾ ਯਕੀਨ। ਅੱਜ ਵੀ ਯਕੀਨ ਨਹੀਂ ਆਉਂਦਾ ਕਿ ਕੁਲਦੀਪ ਨਈਅਰ ਵਰਗੇ ਲੋਕ ਚਲੇ ਗਏ ਨੇ। ਪਰ ਤੁਹਾਨੂੰ ਲੱਗਦਾ ਜੋ ਤੁਸੀਂ ਮੀਡੀਆ ਦਾ ਹਾਲ ਦੇਖ ਰਹੇ ਹੋ ਆਪਣੇ ਸਾਹਮਣੇ, ਇਹ ਜਿਹੜਾ ਉਹਨਾਂ ਦਾ ਸ਼ੋਭਾ ਸੀ, ਜਿਹੜੇ ਉਹਨਾਂ ਦੇ ਨਾਲ ਸਹਿਕਰਮੀ ਸਨ, ਜਿਸ ਕਿਸਮ ਦੀਆਂ ਅਗਲੀਆਂ ਜਨਰੇਸ਼ਨਸ ਨੂੰ ਉਹਨਾਂ ਨੇ ਮੈਂਟੋਰ ਕੀਤਾ, ਬਹੁਤ ਪੱਤਰਕਾਰਾਂ ਨੂੰ ਉਹਨਾਂ ਨੇ ਮੈਂਟੋਰ ਕੀਤਾ। ਪਰ ਅੱਜ ਜਾਣਦੇ ਹੋ ਜਦੋਂ ਆਪਣੇ ਆਲੇ ਦੁਆਲੇ ਵੇਖ ਕੇ ਗਏ ਨੇ
ਵਿਸ਼ਵਾਸ ਨਾਲ ਗਏ ਹੋਣਗੇ ਕਿ ਇਹਨਾਂ 'ਚ ਰੀੜ੍ਹ ਦੀ ਹੱਡੀ ਹੈ, ਇਹ ਖੜੇ ਰਹਿਣਗੇ, ਕਿਉਂਕਿ ਬਾਰ-ਬਾਰ ਉਹਨਾਂ ਨੂੰ ਪਤਾ ਹੈ ਕਿ ਐਮਰਜੈਂਸੀ ਦੇ ਦੌਰਾਨ ਜਿਨ੍ਹਾਂ ਨੂੰ ਝੁਕਣ ਲਈ ਕਿਹਾ ਸੀ ਉਹ ਜ਼ਮੀਨ 'ਤੇ ਲਿਟਦੇ ਚਲੇ ਗਏ, ਲਿਫਦੇ ਚਲੇ ਗਏ ਸਨ। ਤੁਹਾਨੂੰ ਜਾਪਦਾ ਇਸ ਵਿਸ਼ਵਾਸ ਨਾਲ ਗਏ ਹੋਣਗੇ? ਐਸਪੀ ਸਿੰਘ ਜੀ, ਉਹ ਜਿਹੜੀ ਵਰਤਮਾਨ ਸਥਿਤੀ ਸੀਗੀ ਇਹਦੇ ਬਾਰੇ ਚਿੰਤਤ ਸੀਗੇ ਬਹੁਤ। ਲਿਖਿਆ ਉਹਨਾਂ ਨੇ, ਉਹਦੇ ਬਾਰੇ ਚਿੰਤਤ ਸੀਗੇ, ਇਸੇ ਕਰਕੇ ਲਗਾਤਾਰ ਲਿਖਦੇ ਰਹੇ। ਜੋ ਆਲੇ ਦੁਆਲੇ ਵਾਪਰ ਰਿਹਾ ਸੀ, ਜਿੱਧਰ ਨੂੰ ਸਾਡੀ ਰਾਜਨੀਤੀ ਜਾ ਰਹੀ ਸੀ, ਉਹਨਾਂ ਨੂੰ ਇਸ ਗੱਲ ਦਾ ਬੜਾ ਫਿਕਰ ਸੀਗਾ ਕਿ ਭਾਰਤ ਆਪਣੀ ਧਰਮ ਨਿਰਪੱਖਤਾ, ਭਾਰਤ ਆਪਣੀ ਜਮਹੂਰੀਅਤ, ਭਾਰਤ ਆਪਣਾ ਸੰਘਵਾਦ ਜਿਹੜਾ ਉਹਨੂੰ ਕਮਜ਼ੋਰ ਕਰ ਰਿਹਾ। ਜਿਹੜੀਆਂ ਚੀਜ਼ਾਂ ਕਮਜ਼ੋਰ ਹੋ ਰਹੀਆਂ, ਇਹ ਦੇਸ਼ 'ਚ ਕਿਤੇ ਇੱਕ ਹੋਰ ਵੰਡ ਨਾ ਹੋ ਜਾਏ। ਇਹ ਚੀਜ਼ ਤੇ ਮੈਂ ਖਾਸ ਤੌਰ ਤੇ ਜ਼ੋਰ ਦੇਣਾ ਚਾਹਨਾ। ਉਹ 47 ਨੂੰ ਨਹੀਂ ਭੁੱਲੇ ਸੀ। 10 ਲੱਖ ਲੋਕਾਂ ਨੂੰ ਮਰਦਿਆਂ ਉਹਨਾਂ ਦੇਖਿਆ, ਔਰਤਾਂ ਦੇ ਬਲਾਤਕਾਰ ਹੁੰਦੇ ਦੇਖੇ, ਬੱਚਿਆਂ ਦੀਆਂ ਚੀਖਾਂ ਸੁਣੀਆਂ, ਬਾਘੇ ਦੀ ਬਾਰਡਰ ਤੇ ਕੁੱਤੇ ਲਾਸ਼ਾਂ ਖਾਂਦੇ ਦੇਖੇ ਸੀਗੇ ਉਹਨਾਂ ਨੇ। ਔਰ ਇਸ ਕਰਕੇ ਉਹ ਇੱਕ ਦੇਸ਼ ਦੀ ਇੱਕ ਹੋਰ ਵੰਡ ਨਹੀਂ ਚਾਹੁੰਦੇ ਸੀ। ਇਸ ਪਾਸੇ ਉਹ ਬੜੇ ਚਿੰਤਤ ਸੀਗੇ। ਇਸੇ ਹੀ ਕਰਕੇ ਉਹ ਚਾਹੁੰਦੇ ਸੀ ਕਿ ਦੇਸ਼ ਦੇ ਅੰਦਰ ਜਿਹੜੀ ਧਰਮ ਨਿਰਪੱਖਤਾ, ਧਾਰਮਿਕ ਸਹਿਣਸ਼ੀਲਤਾ ਤੇ ਜਮਹੂਰੀਅਤ ਜ਼ਿੰਦਾ ਰਹਿਣੀ ਚਾਹੀਦੀ ਹੈ। ਇਹ ਉਹਨਾਂ ਨੂੰ ਫਿਕਰ ਸੀਗਾ ਕਿ ਦੇਸ਼ ਦੇ ਅੰਦਰ ਬਹੁਤਾ ਕੁਝ ਠੀਕ ਨਹੀਂ ਹੋ ਰਿਹਾ। ਪਰ ਉਹ ਜਿਹੜਾ ਜਿਸ ਤਰ੍ਹਾਂ ਉਹ ਸ਼ਿੱਦਤ ਨਾਲ, ਹੌਸਲੇ ਨਾਲ ਲਿਖਦੇ ਸੀ, ਉਹਨਾਂ ਦੀ ਇੱਕੋ ਗੱਲ ਤੇ ਜ਼ੋਰ ਹੁੰਦਾ ਸੀ ਕਿ ਤੁਸੀਂ ਆਪਣਾ ਫਰਜ਼ ਅਦਾ ਕਰੋ। ਜਿਹੜੇ ਬਾਕੀ ਆਉਣ ਵਾਲੀਆਂ ਜਨਰੇਸ਼ਨਾਂ, ਆਉਣ ਵਾਲੀ ਪੀੜ੍ਹੀ ਫੈਸਲਾ ਕਰੇਗੀ ਕਿ ਦੇਸ਼ ਨੇ ਕਿੱਧਰ ਨੂੰ ਜਾਣਾ, ਪਰ ਤੁਸੀਂ ਜਿਹੜਾ ਤੁਹਾਡੇ ਜ਼ਿੰਮੇ ਜੋ ਉਹ ਤੁਸੀਂ ਜਿਹੜਾ ਆਪਣਾ ਪੂਰਾ ਫਰਜ਼ ਕਰੋ। ਉਹਨਾਂ ਦੀ ਕਲਮ ਦੇ ਵਾਰਸ ਕਿੰਨੇ ਕੁ ਉਹਨਾਂ 'ਚ ਖੜੇ ਰਹਿਣ ਦੀ ਸ਼ਕਤੀ ਹੈ, ਕਿੰਨੀ ਕੁ ਕੁਲਦੀਪ ਨਈਅਰ ਦੀ ਸ਼ਿੱਦਤ ਹੈ, ਉਹ ਅੱਗ ਕਿੰਨੀ ਕੁ ਉਹਦੇ ਅੰਦਰ ਬਲਦੀ ਹੈ, ਉਹ ਚਿੰਗਾਰੀ ਕਿੰਨੀ ਕੁ ਆ। ਉਹਨਾਂ ਨੇ ਜਾਂਦਿਆਂ ਇਹ ਕਿਤਾਬ ਦੇ ਵਿੱਚ ਉਹਨਾਂ ਨੇ ਲਿਖਿਆ, ਉਹ ਕਹਿੰਦੇ ਅੱਜ ਵੀ ਜਦੋਂ ਸੜਕ ਦੇ ਉੱਤੇ ਕੋਈ ਪੁੱਕਾ ਬੱਚਾ ਦਿਖਾਈ ਦਿੰਦਾ ਤਾਂ ਮੈਂ ਸੋਚਣ ਲੱਗ ਜਾਂਦਾ, ਇਹਦੇ 'ਤੇ ਕੁਛ ਲਿਖਾਂ, ਇਹਦੇ 'ਤੇ ਕਹਾਣੀ ਲਿਖਾਂ, ਇਹਦੀ ਖਬਰ ਕਰਾਂ, ਕਿੱਥੇ ਰਹਿੰਦਾ ਹੋਵੇਗਾ, ਰੋਜ਼ ਰੋਟੀ ਮਿਲਦੀ ਹੋਵੇਗੀ, ਇਹ ਰੋਜ਼ ਤੋਂ ਕਿੰਨਾ ਕੁ ਮੰਗਦਾ ਹੋਵੇਗਾ, ਜੇ ਸਕੂਲ ਚਲਾ ਜਾਂਦਾ ਤਾਂ ਕੀ ਬਣ ਸਕਦਾ। ਉਹ ਕਹਿੰਦੇ ਅੱਜ ਮੈਨੂੰ ਫਿਰ ਲੱਗਦਾ ਮੈਂ ਫਿਰ ਤੋਂ ਸ਼ੁਰੂ ਹੋ ਜਾਵਾਂ। ਤੁਹਾਨੂੰ ਲੱਗਦਾ ਜਿਹੜੀ ਅੱਜ ਦੀ ਸਾਡੀ ਪੀੜ੍ਹੀ ਹੈ, ਪੱਤਰਕਾਰਾਂ ਦੀ, ਇਹ ਅਖਬਾਰਾਂ ਦੀ, TV ਚੈਨਲਾਂ ਦੀ, ਇਸ ਫੈਲੇ ਹੋਏ ਉਹਨਾਂ ਦੇ ਸ਼ੋਬੇ ਦੇ, ਸਹਾਫਤ ਦੇ ਵੱਡੇ ਸੰਸਾਰ ਦੀ, ਦੇਖੋ ਕੁਲਦੀਪ ਨਈਅਰ ਹੋਣਾ ਦੇ ਵਿੱਚ ਡੂ ਵੀ ਡਿਜ਼ਰਵ ਅ ਕੁਲਦੀਪ ਨਈਅਰ ਨਾਓ? 3 ਚੀਜ਼ਾਂ ਦਾ ਸੰਗਮ ਦਿਸਦਾ ਹੈ। ਇੱਕ ਤੇ ਬੜਾ ਖਾਲਸ ਪੰਜਾਬੀ ਜੁਝਾਰੂ ਕਿਰਦਾਰ, ਮਹਾਤਮਾ ਗਾਂਧੀ ਤੋਂ ਇੱਕ ਲਈ ਹੋਈ ਨੈਤਿਕਤਾ ਦਾ ਇੱਕ ਆਚਰਣ, ਤੇ ਇੱਕ ਸਮਾਜਵਾਦੀ ਵਿਚਾਰਧਾਰਾ ਨੂੰ ਲੈ ਕੇ ਅੱਗੇ ਵਧਣ ਦਾ ਜਿਹੜਾ ਉਹਨਾਂ ਦਾ ਸੰਕਲਪ ਸੀ। ਮਾਣਕ ਸਾਹਿਬ ਨੇ ਜ਼ਿਕਰ ਕੀਤਾ ਔਰ ਉਹ ਬੜੇ ਜਜ਼ਬਾਤੀ ਹੋ ਗਏ। ਬੜਾ ਜਜ਼ਬਾਤੀ ਲਮਹਾ ਸੀ ਕਿ ਉਹਨਾਂ ਨੇ ਕੀ ਮੰਜ਼ਰ ਦੇਖਿਆ ਹੋਏਗਾ 47 ਦੇ ਵਿੱਚ। ਤਾਂ ਇਉਂ ਨਹੀਂ ਲੱਗਦਾ ਕਿ ਉਹ ਸਾਦਤ ਹਸਨ ਮੰਟੂ ਦੀ ਕਹਾਣੀ ਟੋਬਾ ਟੇਕ ਸਿੰਘ ਦੇ ਬਿਸ਼ਨ ਸਿੰਘ ਤੋਂ ਅਗਲਾ ਪੜਾਅ ਹੈ ਕਿ ਸਾਰੀ ਉਮਰ ਉਹ ਇਹ ਗੱਲ ਹੀ ਕਹਿੰਦੇ ਰਹੇ ਕਿ ਉਹ ਪੜਦੀ ਗਿੜਗਿੜ ਦੀ, ਬੇਧਿਆਨਿਆਂ ਦੀ, ਆਫ ਦੀ ਮੂੰਗ ਦੀ ਦਾਲ ਦੀ, ਆਫ ਦੀ ਹਿੰਦੁਸਤਾਨ ਐਂਡ ਦੀ ਪਾਕਿਸਤਾਨ ਗਵਰਨਮੈਂਟ ਦਾ ਫਿੱਟੇ ਮੂੰਹ। ਮੈਨੂੰ ਇਉਂ ਲੱਗਦਾ ਕਿ ਲੜਾਈ ਇੰਨੀ ਹੈ ਔਰ ਉਹ ਹਿੰਦੁਸਤਾਨ ਦੀ ਮਿੱਟੀ ਦੇ ਨਾਲ ਇਸ ਹੱਦ ਤੱਕ ਜੁੜੇ ਹੋਏ ਸੀ ਕਿ ਉਹਨਾਂ ਦਾ ਜਾਣਾ ਇਉਂ ਹੈ, ਜਦੋਂ ਤਖਤ ਹਜ਼ਾਰਿਓਂ ਦਿਲਗੀਰ ਹੋ ਕੇ ਰਾਂਝੇ ਨੂੰ ਛੱਡਣਾ ਪੈਂਦਾ ਨਾ, ਤੇ ਵਾਰਿਸ ਸ਼ਾਹ ਇਹ ਲਾਈਨ ਲਿਖਦਾ ਹੈ ਕਿ ਰੂਹ ਛੱਡ ਕਲਬੂਤ ਜਿਉਂ ਵਿਦਾ ਹੁੰਦਾ, ਤਿਵੇਂ ਇਹ ਦਰਵੇਸ਼ ਸਿਧਾਰਿਆ ਹੈ। ਬਿਲਕੁਲ ਬਿਲਕੁਲ। ਆਈ ਲੈਂਡ ਔਨ ਦੈਟ ਨੋਟ। ਮੈਨੂੰ ਗਾਣਾ ਨਹੀਂ ਆਉਂਦਾ, ਜ਼ਿੰਦਗੀ 'ਚ ਕਦੇ ਵੀ ਨਹੀਂ ਗਾਇਆ। ਉਹਨਾਂ ਦਾ ਗਾਣਾ ਸੀ ਅਭੀ ਤੋਂ ਮੈਂ ਜਵਾਨ ਹੂੰ, ਅਤੇ ਜੇ ਮੈਨੂੰ ਪਤਾ ਹੋਵੇ ਨਾ ਕਿ ਮੇਰੇ ਗਾਣ ਨਾਲ ਕੁਝ ਦਿਨ ਹੋਰ ਰੁਕ ਜਾਣਗੇ ਤੇ ਮੈਂ ਉਹ ਨਹੀਂ ਨਹੀਂ ਅਭੀ ਨਹੀਂ ਅਭੀ ਨਹੀਂ ਅਭੀ ਨਹੀਂ ਤੇ ਸੱਚਮੁੱਚ ਗਾ ਹੀ ਦਿੰਦਾ। ਇਸ ਲਈ ਮੈਂ ਇੰਨਾ ਹੀ ਕਹਿ ਸਕਦਾ ਕਿ ਜਿਸ ਵੇਲੇ ਤੁਸੀਂ ਸਹਾਫਤ ਨੂੰ ਦੇਖਦੇ ਹੋ, ਪੱਤਰਕਾਰਤਾ ਨੂੰ ਦੇਖਦੇ ਹੋ, ਐਂਕਰਾਂ ਨੂੰ ਦੇਖਦੇ ਹੋ, ਖਬਰਾਂ ਨੂੰ, TV ਚੈਨਲਾਂ ਨੂੰ, ਅਖਬਾਰਾਂ ਨੂੰ, ਕੁਲਦੀਪ ਨਈਅਰ ਨੂੰ ਪੈਮਾਨਾ ਰੱਖੋ ਅਤੇ ਵੇਖੋ ਕਿ ਉਸ ਪੈਮਾਨੇ ਦੇ ਉੱਤੇ ਖਰਾ ਉਤਰ ਰਿਹਾ ਕਿ ਨਹੀਂ। ਕੋਈ ਡਿਬੇਟ, ਕੋਈ ਪੱਤਰਕਾਰ, ਕੋਈ ਐਡੀਟੋਰੀਅਲ, ਕੋਈ ਲੇਖ, ਕੋਈ ਖਬਰਾਂ ਦਾ ਪ੍ਰਸਾਰਣ, ਕੋਈ ਉਹਨਾਂ ਦੀ ਪੇਸ਼ਬੰਦੀ, ਉਹਨਾਂ ਦੀ ਰੂਪਰੇਖਾ, ਅਤੇ ਉਹਦੇ ਨਾਲ ਨਾਪ ਲਿਆ ਕਰੋ ਕਿ ਰੀੜ੍ਹ ਦੀਆਂ ਹੱਡੀਆਂ ਕਿੰਨੀਆਂ ਕੁ ਸਿੱਧੀਆਂ ਨੇ, ਕਿੰਨੀਆਂ ਕੁ ਲਿਫੀਆਂ ਪਈਆਂ ਨੇ। ਅਤੇ ਜੇ ਕਦੀ ਤੁਹਾਨੂੰ ਕੋਈ ਕਸੂਰਵਰ ਦਿਸੇ ਤੇ ਕਹਿਣੋਂ ਗੁਰੇਜ਼ ਨਾ ਕਰਿਆ ਕਰੋ। ਕੁਲਦੀਪ ਨਈਅਰ ਤਾਂ ਉਮਰ ਘੁਲਾਟੀਏ ਸਨ, ਘੋਲਾਂ ਦੇ ਵਿੱਚ ਤੁਸੀਂ ਵੀ ਸ਼ਾਮਲ ਹੋ, ਇਹਦੇ ਵਿੱਚ ਅਸੀਂ ਸਾਰੇ ਰੰਗਰੂਟ ਆ। ਅੱਜ ਲਈ ਇੰਨਾ ਹੀ। ਧੰਨਵਾਦ ਤੇ ਰੱਬ ਰਾਖਾ।